आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਟਿਓ ਤਹਾਂ ਤੇ ਤਿਨ ਕੋ ਮਾਰਿਓ, ਫਿਸਲਤ ਮੰਦ ਮੰਦ ਪਦ ਧਾਰਿਓ। ਪੁਨ ਸੋ ਮਾਰਤ ਕਰਤ ਪਲਾਇਨ, ਤੀਨ ਨਿਬਲ ਤੇ ਭਾਜਿਓ ਜਾਏ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੰਧਿਆ ਦੀਆਂ ਹਾਜ਼ਰੀਆਂ ਭਰ ਕੇ ਕਥਾ ਕੀਰਤਨ ਦੇ ਨਾਲ ਆਪਣਾ ਜੀਵਨ ਸਫਲਾ ਕਰ ਰਹੇ ਹੋ। ਅੱਜ ਦਾ ਜੋ ਦਿਹਾੜਾ ਹੈ ਬਹੁਤ ਹੀ ਵਿਸ਼ੇਸ਼ ਮਹੱਤਵਪੂਰਨ ਇਤਿਹਾਸਕ ਦਿਹਾੜਾ ਹੈ। ਇੱਕ ਤਾਂ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਆਪਣੀ ਖੋਪਰੀ ਭਾਵੇਂ ਲੁਹਾ ਲਈ ਜ਼ਕਰੀਆ ਖਾਂ ਜ਼ਾਲਮ ਦੇ ਰਾਜ ਵਿੱਚ ਆਪਣੇ ਕੇਸ ਨਹੀਂ ਕੱਟਣ ਦਿੱਤੇ। ਧੰਨ ਭਾਈ ਤਾਰੂ ਸਿੰਘ ਜੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਉਹਨਾਂ ਦਾ ਜਨਮ ਦਿਹਾੜਾ 300 ਸਾਲਾ ਅੱਜ ਹੈ। ਅੱਜ ਤੋਂ 300 ਸਾਲ ਪਹਿਲਾਂ ਉਹਨਾਂ ਮਹਾਂਪੁਰਸ਼ਾਂ ਨੇ ਜਨਮ ਪੂਲੇ ਪਿੰਡ ਵਿੱਚ ਲਿਆ ਸੀ। ਔਰ ਸਾਧ ਸੰਗਤ ਜੀ ਬਹੁਤ ਛੋਟੀ ਉਮਰ ਵਿੱਚ, ਕੁੱਲ 26 ਕੁ ਸਾਲ ਦੀ ਉਮਰ ਵਿੱਚ ਉਹ ਸ਼ਹੀਦੀ ਵੀ ਪਾ ਗਏ ਸਨ। ਭਾਈ ਸਾਹਿਬ ਤਾਰੂ ਸਿੰਘ ਜੀ ਨੂੰ ਆਪਾਂ ਯਾਦ ਕਰਦੇ ਹਾਂ। ਨਾਲ ਹੀ ਅੱਜ ਭਾਈ ਸੁਖਦੇਵ ਸਿੰਘ ਜੀ ਸੁੱਖਾ, ਭਾਈ ਹਰਜਿੰਦਰ ਸਿੰਘ ਜੀ ਜਿੰਦਾ। ਸੁੱਖਾ ਜਿੰਦਾ ਕਰਕੇ ਜੋ ਪੰਥ ਵਿੱਚ ਪ੍ਰਸਿੱਧ ਹਨ, ਉਹਨਾਂ ਮਹਾਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੇ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਨ ਵਾਲੇ ਦੁਸ਼ਟ ਪਾਪੀ ਜਰਨਲ ਵੈਦਿਆ ਨੂੰ ਸੋਧਾ ਲਾਇਆ ਸੀ ਔਰ ਸ਼ਹੀਦੀ ਪ੍ਰਾਪਤ ਕੀਤੀ। ਫਾਂਸੀ ਦੇ ਰੱਸੇ ਹੱਸ ਹੱਸ ਕੇ ਚੁੰਮੇ ਸਨ। ਜਿਨ੍ਹਾਂ ਨੇ ਜੱਜਾਂ ਨੂੰ ਵੀ ਆਪਣੀ ਸ਼ਹੀਦੀ ਦੀ ਵਧਾਈ ਦਿੱਤੀ ਸੀ ਅਤੇ ਬਰਫੀ ਖਵਾਈ ਸੀ। ਉਹ ਮਹਾਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਵੀ ਹੈ। ਔਰ ਸਾਧ ਸੰਗਤ ਜੀ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵੀ ਅੱਜ ਬੀਬੀਆਂ ਦੇ ਜਥੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਏ ਹਨ। ਆਉਣ ਵਾਲੇ ਦਿਨਾਂ ਵਿੱਚ ਵੀ ਸੰਗਤਾਂ ਨੇ ਉਪਰਾਲੇ ਕਰਨੇ ਹਨ ਔਰ ਗੁਰੂ ਮਹਾਰਾਜ ਗੁਰੂ ਰਾਮਦਾਸ ਦੀਆਂ ਬਖਸ਼ਾਂ ਦੇ ਪਾਤਰ ਬਣਨਾ ਹੈ। ਆਓ ਹੁਣ ਲੜੀਵਾਰ ਇਤਿਹਾਸ ਦੀ ਕਥਾ ਨਾਲ ਜੁੜੀਏ। ਜਿਸ ਵੇਲੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਬਾਦਸ਼ਾਹ ਨੇ ਚਿੱਠੀ ਲਿਖੀ ਕਿ ਗੁਰੂ ਜੀ, ਤੁਸੀਂ ਮੇਰੇ ਵਿਰੋਧੀ ਦੀ ਮਦਦ ਕੀਤੀ ਹੈ, ਦਾਰਾ ਸ਼ਿਕੋਹ ਦੀ। ਭਾਵੇਂ ਉਹ ਮੇਰਾ ਭਰਾ ਸੀ ਪਰ ਮੇਰਾ ਦੁਸ਼ਮਣ ਸੀ। ਤੁਸੀਂ ਕਹਿੰਦੇ ਸੀ ਵੀ ਉਹ ਬਾਦਸ਼ਾਹ ਬਣੇਗਾ, ਉਹਨੂੰ ਕਿਹੜੀ ਬਾਦਸ਼ਾਹੀ ਦਿੱਤੀ ਹੈ, ਉਹ ਤਾਂ ਕਤਲ ਕਰ ਦਿੱਤਾ, ਮੈਂ ਮਾਰ ਦਿੱਤਾ ਹੈ। ਤਾਂ ਉਹਦੇ ਜਵਾਬ ਵਿੱਚ ਗੁਰੂ ਸਾਹਿਬ ਨੇ ਚਿੱਠੀ ਲਿਖੀ ਕਿ ਔਰੰਗਜ਼ੇਬ, ਅਸੀਂ ਉਹਨੂੰ ਜਿਹੜੀ ਬਾਦਸ਼ਾਹੀ ਦਿੱਤੀ ਹੈ ਉਹਦੇ ਕੋਲ ਹੀ ਹੈ, ਉਹਨੂੰ ਅਸੀਂ ਦੀਨ ਦੀ ਬਾਦਸ਼ਾਹੀ ਦਿੱਤੀ ਹੈ, ਤੈਨੂੰ ਸੁਪਨੇ 'ਚ ਦਰਸ਼ਨ ਹੋ ਜਾਣਗੇ। ਜਦੋਂ ਔਰੰਗਜ਼ੇਬ ਕੋਲ ਇਹ ਪੱਤਰਕਾ ਪਹੁੰਚੀ, ਉਸਨੇ ਪੜ੍ਹੀ, ਮਨ ਵਿੱਚ ਬੜਾ ਗੁੱਸਾ ਵੀ ਖਾਧਾ, ਪਰ ਰਾਤ ਨੂੰ ਖਿਆਲ ਆਇਆ ਦਾਰਾ ਸ਼ਿਕੋਹ ਦਾ। ਸੁਪਨੇ ਵਿੱਚ ਸੁਪਨਾ ਕੀ ਦੇਖਿਆ ਵੀ ਦਾਰਾ ਸ਼ਿਕੋਹ ਬੜੇ ਸੋਨੇ ਦੇ ਤਖਤ 'ਤੇ ਬੈਠਾ ਹੈ, ਸਿਰ 'ਤੇ ਚੰਦੋਏ ਝੂਲ ਰਹੇ ਨੇ, ਸੋਨੇ ਦੇ ਮਹਿਲ ਬਣੇ ਹੋਏ ਨੇ, ਬੜੇ ਬੜੇ ਦਾਸ ਸੇਵਾਦਾਰ ਉਹਦੇ ਦਰਬਾਰ 'ਚ ਖੜ੍ਹੇ ਨੇ ਔਰ ਉਹਦੇ ਸਿਰ 'ਤੇ ਚੋਰ ਝੂਲਦਾ ਹੈ। ਉਹ ਬਾਦਸ਼ਾਹੀ ਕਰ ਰਿਹਾ ਹੈ। ਉਹਦੇ ਅੱਗੇ ਬੜੇ ਬੜੇ ਸੰਤ ਮਹਾਤਮਾ ਅਤੇ ਦੇਵਤੇ ਖੜ੍ਹੇ ਹਨ। ਅਤੇ ਇਹ ਜਿਹੜਾ ਔਰੰਗਜ਼ੇਬ ਹੈ, ਇਹਦੇ ਸਿਰ ਦੇ ਉੱਤੇ ਗੰਦਗੀ ਦਾ ਟੋਕਰਾ ਇਹਨੇ ਚੁੱਕਿਆ ਹੋਇਆ ਅਤੇ ਤੁਰਿਆ ਜਾ ਰਿਹਾ। ਉੱਤੋਂ ਮੀਂਹ ਪੈ ਰਿਹਾ ਅਤੇ ਮੀਂਹ ਦੇ ਨਾਲ ਉਹ ਜਿਹੜੀ ਗੰਦਗੀ ਹੈ ਨਾ, ਟੋਕਰੇ 'ਚੋਂ ਚੋ ਕੇ ਇਹਦੇ ਦਾੜੀ 'ਤੇ ਮੂੰਹ 'ਤੇ ਪੈ ਰਹੀ ਹੈ ਬਿਸ਼ਟਾ। ਔਰ ਉਹ ਜਿਹੜੇ ਉੱਥੇ ਪਹਿਰੇਦਾਰ ਸੀ, ਉਹਨਾਂ ਨੇ ਡੰਡਾ ਮਾਰ ਕੇ ਭਜਾਇਆ ਵੀ ਚੱਲ ਇੱਥੋਂ, ਤੂੰ ਇੱਥੇ ਕਿੱਥੇ ਆ ਗਿਆ। ਦੌੜਨ ਦੀ ਕੋਸ਼ਿਸ਼ ਕਰਦਾ, ਦੌੜਿਆ ਨਹੀਂ ਜਾਂਦਾ। ਸੁਪਨੇ ਵਿੱਚ ਕਈ ਵਾਰੀ ਇੱਦਾਂ ਹੋ ਜਾਂਦਾ ਵੀ ਅਸੀਂ ਬੋਲਣਾ ਚਾਹੁੰਦੇ ਹਾਂ, ਆਵਾਜ਼ ਨਹੀਂ ਨਿਕਲਦੀ, ਦੌੜਨਾ ਚਾਹੁੰਦੇ ਹਾਂ, ਪੈਰ ਭਾਰੇ ਹੋ ਜਾਂਦੇ ਨੇ, ਕਿਸੇ ਚੀਜ਼ ਨੂੰ ਚੁੱਕਣਾ ਚਾਹੁੰਦੇ ਹਾਂ, ਚੁੱਕ ਨਹੀਂ ਸਕਦੇ। ਕਈ ਵਾਰੀ ਇੱਦਾਂ ਸੁਪਨਾ ਹੁੰਦਾ। ਔਰੰਗਜ਼ੇਬ ਸੁਪਨੇ ਵਿੱਚ ਇੱਦਾਂ ਦੌੜਨਾ ਚਾਹੁੰਦਾ ਅਤੇ ਦੌੜ ਨਹੀਂ ਸਕਦਾ, ਅਤੇ ਆਪਣੀ ਇਤਨੀ ਨੀਚ ਹਾਲਤ, ਇਤਨੀ ਗੰਦਗੀ, ਸਿਰ ਦੇ ਉੱਤੋਂ ਦੀ ਪੱਗ ਦੇ ਉੱਤੇ, ਦਾੜੀ ਦੇ ਉੱਤੇ, ਕੱਪੜਿਆਂ ਦੇ ਉੱਤੇ ਗੰਦਗੀ ਬਿਸ਼ਟਾ ਪੈ ਰਹੀ ਹੈ।
ਤੇ ਬਹੁਤ ਹੀ ਦੁਰਦਸ਼ਾ ਆਪਣੀ ਦੇਖੀ ਹੈ ਤੇ ਦਾਰਾ ਸ਼ਿਕੋਹ ਦੀ ਬੜੀ ਸ਼ਾਨੋ ਸ਼ੌਕਤ ਦੇਖੀ ਹੈ। ਉਹ ਕਥਾ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਪ੍ਰੇਮ ਨਾਲ ਸਰਵਣ ਕਰੀਏ, ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਟਿਓ ਤਹਾਂ ਤੇ ਤਿਨ ਕੋ ਮਾਰਿਓ। ਕਹਿੰਦੇ ਦਾਰਾ ਸ਼ਿਕੋਹ ਦੇ ਨੌਕਰਾਂ ਨੇ ਸੁਪਨੇ ਵਿੱਚ ਔਰੰਗਜ਼ੇਬ ਨੂੰ ਡੰਡਾ ਮਾਰਿਆ, ਦੌੜ ਇੱਥੋਂ, ਤੂੰ ਗੰਦਾ ਕਿੱਥੇ ਆ ਗਿਆ, ਇੱਥੇ ਨਹੀਂ ਵੜ ਸਕਦਾ ਤੂੰ। ਉੱਥੋਂ ਫਿਰ ਇਹ ਦੌੜਿਆ ਹੈ, ਪਿਛਾਂ ਨੂੰ ਹਟਿਆ ਹੈ ਡੰਡਾ ਖਾ ਕੇ। ਫਿਸਲਤ ਮੰਦ ਮੰਦ ਪਦ ਧਾਰਿਓ। ਤੇ ਫਿਸਲਦਾ ਮੀਂਹ ਪੈਂਦੇ ਵਿੱਚ ਗੰਦਗੀ ਦਾ ਟੋਕਰਾ ਸਿਰ ਤੇ ਚੁੱਕ ਕੇ ਪੈਰ ਪੁੱਟਣ ਦੀ ਕੋਸ਼ਿਸ਼ ਕਰਦਾ ਵੀ ਦੌੜਾਂ, ਇੱਥੋਂ ਮਾਰਨਗੇ ਮੈਨੂੰ। ਪੁਨ ਸੋ ਮਾਰਤ ਕਰਤ ਪਲਾਇਨ। ਉਹ ਡੰਡੇ ਮਾਰਦੇ ਆ ਤੇ ਔਰੰਗਜ਼ੇਬ ਦੌੜਦਾ ਹੈ। ਦੀਨ ਨਿਬਲ ਤੇ ਭਾਜਿਓ ਜਾਏ ਨਾ। ਪਰ ਕਮਜ਼ੋਰ ਹੋ ਚੁੱਕਾ ਹੈ, ਦੀਨ ਹੈ, ਬਲ ਹੈ ਨਹੀਂ ਸਰੀਰ ਦੇ ਵਿੱਚ, ਭੱਜਿਆ ਵੀ ਨਹੀਂ ਜਾਂਦਾ। ਭੱਜਣ ਦੀ ਕੋਸ਼ਿਸ਼ ਕਰਦਾ, ਭੱਜਿਆ ਨਹੀਂ ਜਾਂਦਾ ਔਰੰਗੇ ਕੋਲੋਂ। ਭੇਸ ਭਿਆਨਕ ਭੈ ਤਰ ਭਾਰੀ। ਔਰ ਔਰੰਗਜ਼ੇਬ ਦਾ ਲਿਬਾਸ ਵੀ ਬੜਾ ਭਿਆਨਕ ਡਰਾਉਣਾ ਜਿਹਾ ਹੈ, ਮੂੰਹ ਰੰਗ ਕਾਲਾ ਜਿਹਾ ਦਿਸਦਾ ਆਪਣਾ, ਤੇ ਸਰੀਰ ਦੇ ਵਿੱਚ ਸ਼ਕਤੀ ਨਹੀਂ ਹੈ, ਤੇ ਗੰਦਗੀ ਦਾ ਟੋਕਰਾ ਚੁੱਕਿਆ ਹੋਇਆ, ਕੱਪੜੇ ਪਾਟੇ ਪੁਰਾਣੇ ਗੰਦੇ ਪਾਏ ਹੋਏ ਨੇ, ਆਪਣੇ ਆਪ ਤੋਂ ਵੀ ਇਸ ਨੂੰ ਬਦਬੂ ਆਉਂਦੀ ਹੈ, ਤੇ ਇਹ ਡੰਡੇ ਖਾ ਕੇ ਦੌੜਦਾ ਹੈ ਔਰੰਗਾ। ਭਾਜਤ ਗਮਨਿਓ ਗਿਰਿਓ ਅਗਾਰੀ। ਜਦੋਂ ਤੇਜ਼ੀ ਨਾਲ ਦੌੜਨ ਦੀ ਕੋਸ਼ਿਸ਼ ਕੀਤੀ ਹੈ ਤੇ ਡਿੱਗ ਪਿਆ ਹੈ ਠੁੱਡਾ ਖਾ ਕੇ ਮੀਂਹ ਪੈਂਦੇ ਵਿੱਚ। ਤਬ ਹੀ ਖੁੱਲੇ ਬਿਲੋਚਨ ਜਾਗਾ। ਜਦੋਂ ਇਹ ਡਿੱਗਾ ਇਹਦੀ ਅੱਖ ਖੁੱਲ ਗਈ, ਸੁਪਨਾ ਟੁੱਟ ਗਿਆ, ਕਿਉਂਕਿ ਸੁਪਨੇ ਦਾ ਸੁਭਾਅ ਹੈ ਵੀ ਜਦੋਂ ਕੋਈ ਝਟਕਾ ਜਿਹਾ ਲੱਗਦਾ ਉਦੋਂ ਇਹ ਖੁੱਲ ਜਾਂਦਾ, ਜਾਗ ਆ ਜਾਂਦੀ ਹੈ। ਔਰੰਗਜ਼ੇਬ ਦੀ ਨੀਂਦ ਖੁੱਲ ਗਈ ਹੈ। ਸ਼੍ਰੀ ਗੁਰ ਕੇ ਬਚ ਸਿਮਰਨ ਲਾਗਾ। ਗੁਰੂ ਮਹਾਰਾਜ ਗੁਰੂ ਹਰਿਰਾਏ ਸਾਹਿਬ ਦੀ ਜਿਹੜੀ ਚਿੱਠੀ ਆਈ ਸੀ ਕੱਲ, ਉਹਦੇ 'ਚ ਲਿਖਿਆ ਸੀ ਤੈਨੂੰ ਸੁਪਨੇ 'ਚ ਦੱਸਾਂਗੇ ਔਰੰਗਜ਼ੇਬ ਬਈ ਦਾਰਾ ਸ਼ਿਕੋਹ ਨੂੰ ਕਿਹੜੀ ਬਾਦਸ਼ਾਹੀ ਦਿੱਤੀ ਅਸੀਂ। ਜਦੋਂ ਦਾਰਾ ਸ਼ਿਕੋਹ ਦੀ ਬਾਦਸ਼ਾਹੀ ਵੇਖੀ ਤੇ ਆਪਣੀ ਇੰਨੀ ਗੰਦੀ ਹਾਲਤ ਵੇਖੀ, ਹੈਰਾਨ ਹੋ ਗਿਆ। ਲਿਖ ਜੋ ਪਠਿਓ ਸੋ ਮੁਝ ਸੋ ਹੋਇਓ। ਸੋਚਾਂ 'ਚ ਪੈ ਗਿਆ, ਕਹਿਣ ਲੱਗਾ ਗੁਰੂ ਹਰਿਰਾਏ ਸਾਹਿਬ ਨੇ ਜਿਹੜੀ ਗੱਲ ਚਿੱਠੀ 'ਚ ਲਿਖ ਕੇ ਭੇਜੀ ਸੀ ਮੇਰੇ ਨਾਲ ਉਹੀ ਸੁਪਨੇ 'ਚ ਹੋਈ ਹੈ। ਬਹੁਤ ਬਸੂਰਤ ਸੰਕਟ ਭਇਓ। ਬਹੁਤ ਝੂਰਦਾ ਹੈ, ਹੁਣ ਨੀਂਦ ਨਹੀਂ ਆਉਂਦੀ ਦੁਬਾਰਾ, ਸਾਰੀ ਰਾਤ ਮੰਜੇ ਤੇ ਤੜਫਦੇ ਦੀ ਲੰਘੀ ਔਰੰਗੇ ਦੀ। ਦਾਰਾ ਕੋ ਜਲੂਸ ਬੜ ਦੇਖਾ। ਦਾਰਾ ਸ਼ਿਕੋਹ ਦਾ ਬੜਾ ਜਲਵਾ ਦੇਖਿਆ ਹੈ। ਜਲੂਸ ਦਾ ਮਤਲਬ ਹੁੰਦਾ ਜਲਵਾ ਫਰੋਸ਼ ਹੋਣਾ। ਕਹਿੰਦੇ ਦਾਰਾ ਸ਼ਿਕੋਹ ਸੋਨੇ ਦੇ ਤਖਤ ਤੇ ਬੈਠਾ ਹੈ, ਸੋਨੇ ਦੇ ਮਹਿਲਾਂ 'ਚ ਬੈਠਾ ਹੈ, ਉਹਦੇ ਸਿਰ ਤੇ ਬੜੇ ਸੋਹਣੇ ਚੌਰ ਝੂਲ ਰਹੇ ਨੇ, ਹਜ਼ਾਰਾਂ ਨੌਕਰ ਚਾਕਰ ਉਹਦੀਆਂ ਫੌਜਾਂ ਖੜੀਆਂ ਨੇ, ਉਹਨੂੰ ਬੜਾ ਹੀ ਦੈਵੀ ਰਾਜ, ਸਵਰਗਾਂ ਦਾ ਰਾਜ ਮਿਲਿਆ ਹੋਇਆ, ਉਹ ਵੀ ਦੇਖਿਆ ਹੈ। ਔਰ ਅਫਸੋਸਤ ਕ੍ਰੋਧ ਵਿਸ਼ੇਖਾ। ਤੇ ਆਪਣੀ ਮਾੜੀ ਹਾਲਤ ਵੇਖੀ ਹੈ। ਦਾਰਾ ਸ਼ਿਕੋਹ ਨੂੰ ਤੇ ਮੈਂ ਕਤਲ ਕਰ ਦਿੱਤਾ ਸੀ, ਦਾਰਾ ਸ਼ਿਕੋਹ ਤਾਂ ਬੜੇ ਸਵਰਗਾਂ 'ਚ ਪਰ ਚਲਾ ਗਿਆ, ਮੈਂ ਤਾਂ ਸਮਝਦਾ ਸੀ ਉਹ ਨਰਕਾਂ 'ਚ ਜਾਏਗਾ, ਪਰ ਉਹ ਸਵਰਗਾਂ 'ਚ ਕਿਵੇਂ ਚਲਾ ਗਿਆ, ਮੈਂ ਇਹ ਕੀ ਦੇਖਿਆ ਹੈ। ਇਸ ਗੱਲ ਦਾ ਆਪਣੇ ਮਨ 'ਚ ਬੜਾ ਅਫਸੋਸ ਕਰਦਾ ਹੈ ਔਰੰਗਾ। ਇਹ ਕਿਆ ਭਇਓ ਨਾ ਜਾਣਿਓ ਗਇਓ। ਕਹਿੰਦਾ ਇਹ ਕੀ ਜਾਦੂ ਹੋਇਆ। ਇਹ ਗੁਰੂ ਨੇ ਜਿਹੜੀ ਗੱਲ ਚਿੱਠੀ 'ਚ ਲਿਖੀ ਸੀ ਵੀ ਤੈਨੂੰ ਸੁਪਨੇ 'ਚ ਦਾਰਾ ਸ਼ਿਕੋਹ ਦਾ ਰਾਜ ਵਿਖਾਵਾਂਗੇ, ਸੱਚੀ ਮੁੱਚੀ ਸੁਪਨੇ ਵਿੱਚ ਦਾਰਾ ਸ਼ਿਕੋਹ ਦਾ ਰਾਜ ਮੈਂ ਵੇਖ ਲਿਆ ਹੈ। ਸਿਹਰ ਕਿਦੋ ਹਿੰਦੂਆਂ ਗੁਰ ਕਿਓ। ਲੱਗਦਾ ਗੁਰੂ, ਹਿੰਦੂਆਂ ਦੇ ਗੁਰੂ ਨੇ, ਗੁਰੂ ਹਰਿਰਾਏ ਸਾਹਿਬ ਨੇ ਕੋਈ ਜਾਦੂ ਕੀਤਾ ਹੈ ਮੇਰੇ ਨਾਲ। ਦੁਬਦਾ ਚਿਤ ਮਹਿ ਭਾ ਮਨ ਭੰਗ। ਏਦਾਂ ਸਾਧ ਸੰਗਤ ਜੀ ਔਰੰਗੇ ਦੇ ਮਨ 'ਚ ਦੁਬਦਾ ਪਈ। ਇਹ ਕਦੀ ਤੇ ਗੁਰੂ ਘਰ ਦੇ ਪ੍ਰਤੀ, ਗੁਰੂ ਘਰ ਦੀ ਸ਼ਕਤੀ ਬਾਰੇ ਸ਼ਰਧਾ ਪੈਦਾ ਹੋ ਜਾਂਦੀ ਹੈ, ਤੇ ਕਦੀ ਈਰਖਾ ਤੇ ਦਵੈਸ਼ ਪੈਦਾ ਹੋ ਜਾਂਦੀ। ਇਹਨੂੰ ਦੁਬਦਾ ਕਹਿੰਦੇ ਨੇ, ਡਬਲ ਮਾਈਂਡ ਹੋ ਗਿਆ। ਜਦੋਂ ਆਪਣੀ ਕੱਟੜਤਾ ਨੂੰ ਦੇਖਦਾ ਹੈ, ਇਸਲਾਮ ਦੀ ਨੂੰ, ਮੈਂ ਮੁਸਲਮਾਨ ਹਾਂ, ਮੈਂ 5 ਟਾਈਮ ਦਾ ਨਮਾਜ਼ੀ ਹਾਂ, ਮੈਂ ਸ਼ਰ੍ਹਾ ਦੇ ਪੱਕਾ ਹਾਂ, ਮੈਂ ਕੋਈ ਗਲਤ ਕੰਮ ਨਹੀਂ ਕਰਦਾ, ਮੈਂ ਜ਼ਕਾਤ ਵੀ ਦਿੰਦਾ ਹਾਂ, ਮੈਂ ਰੋਜ਼ੇ ਵੀ ਰੱਖਦਾ ਹਾਂ, ਮੈਂ ਨਮਾਜ਼ ਵੀ ਪੜ੍ਹਦਾ ਹਾਂ। ਇਹ ਜਦੋਂ ਗੱਲਾਂ ਸੋਚਦਾ ਹੈ ਉਦੋਂ ਕਹਿੰਦਾ ਮੈਂ ਠੀਕ ਹਾਂ। ਪਰ ਜਦੋਂ ਦਾਰਾ ਸ਼ਿਕੋਹ ਦੀ ਪਦਵੀ ਦੇਖੀ ਹੈ ਵੀ ਉਹ ਸਵਰਗਾਂ ਵਿੱਚ, ਜੰਨਤ ਵਿੱਚ ਬੈਠਾ, ਸੋ ਦੇਵਤੇ ਉਹਦੇ ਅੱਗੇ ਹੱਥ ਜੋੜ ਕੇ ਖੜੇ ਹਨ, ਉਹਦਾ ਹੁਕਮ ਬੜਾ ਚੱਲ ਰਿਹਾ, ਉਹਦੀ ਸੋਭਾ ਵੇਖਦਾ, ਫਿਰ ਮਨ 'ਚ ਦੁਖੀ ਹੁੰਦਾ ਹੈ। ਕਹਿ ਨਾ ਸਕੈ ਪਰ ਸੰਗ ਇਹ ਸੰਗ। ਇਹ ਕਿਸੇ ਨੂੰ ਦੱਸ ਵੀ ਨਹੀਂ ਸਕਦਾ। ਕਈ ਗੱਲਾਂ ਹੁੰਦੀਆਂ ਬੰਦਾ ਕਿਸੇ ਨਾਲ ਸਾਂਝੀਆਂ ਨਹੀਂ ਕਰ ਸਕਦਾ।
ਔਰੰਗਜ਼ੇਬ ਇਹ ਗੱਲ ਹੁਣ ਕਿਸੇ ਨੂੰ ਕਹਿਣ ਜੋਗਾ ਵੀ ਨਹੀਂ, ਮੈਂ ਸੁਪਨੇ 'ਚ ਦੇਖਿਆ ਹੈ। ਆਪਣੀ ਹਾਲਤ ਮਾੜੀ, ਸਿਰ ਦੇ ਉੱਤੇ ਗੰਦਗੀ ਦਾ ਟੋਕਰਾ, ਉਹ ਗੰਦਗੀ ਜਿਹੜੀ ਹੈ ਇਹਦੇ ਕੱਪੜਿਆਂ 'ਤੇ ਪੈ ਰਹੀ ਹੈ, ਮੂੰਹ 'ਤੇ ਪੈ ਰਹੀ ਹੈ, ਦਾੜੀ 'ਤੇ ਪੈ ਰਹੀ ਹੈ, ਜੁੱਤੀਆਂ ਖਾਂਦਾ ਮਾਰਦਾ, ਧੱਕੇ ਖਾਂਦਾ ਉੱਥੋਂ ਆਇਆ ਹੈ। ਉਹ ਜਿਹੜੀ ਰਾਤ ਸੁਪਨੇ 'ਚ ਇਹਨੇ ਆਪਣੀ ਦੁਰਦਸ਼ਾ ਵੇਖੀ ਹੈ, ਔਰ ਜੋ ਦਾਰਾ ਸ਼ਿਕੋ ਦੀ ਸ਼ਾਨੋ ਸ਼ੌਕਤ ਵੇਖੀ ਹੈ, ਉਹ ਕਿਸੇ ਨੂੰ ਦੱਸਣ ਜੋਗਾ ਨਹੀਂ। ਔਰੰਗਾ ਬਹੁਤ ਵਿਚਾਰਤ ਕ੍ਰੋਧ ਵਧਾਏ। ਬਹੁਤ ਵਿਚਾਰਾਂ ਕਰਦਾ ਤੇ ਮਨ 'ਚ ਗੁੱਸਾ ਕਰਦਾ, ਸਾੜ ਕਰਦਾ, ਕਿਉਂਕਿ ਬੰਦੇ ਕੋਲ, ਮਾੜੇ ਬੰਦੇ ਕੋਲ ਗੁੱਸਾ ਹੀ ਹੁੰਦਾ ਹੈ। ਸਾਧ ਸੰਗਤ ਜੀ, ਜਦੋਂ ਕੋਈ ਵਸ ਨਾ ਚੱਲੇ, ਉਹ ਕਹਿੰਦੇ ਮਾੜਾ ਬੰਦਾ ਗਾਲਾਂ ਕੱਢਣ ਜੋਗਾ ਹੀ ਹੁੰਦਾ, ਉਹਨੂੰ ਕੋਈ ਗੱਲ ਆਉਂਦੀ ਨਹੀਂ, ਫਿਰ ਇਹ ਆਪਣੀਆਂ ਨੀਚ ਹਰਕਤਾਂ ਤੇ ਆ ਜਾਂਦਾ ਹੈ। ਸਮਝਿਓ ਨਹਿ ਮੂਰਖ ਇਸ ਭਾਏ। ਕਹਿੰਦੇ ਇਹ ਮੂਰਖ ਔਰੰਗਜ਼ੇਬ ਇਸ ਤਰ੍ਹਾਂ ਕਿਸੇ ਦੇ ਸਮਝਾਇਆ ਵੀ ਹੁਣ ਸਮਝਣ ਵਾਲਾ ਨਹੀਂ ਹੈ, ਕਿਉਂਕਿ ਇਹੋ ਜਿਹੇ ਬੰਦਿਆਂ ਬਾਰੇ ਬਾਣੀ 'ਚ ਲਿਖਿਆ ਹੈ ਕਿ ਬ੍ਰਹਮਾ ਹੂੰ ਕੋ ਕਹਿਓ ਨਾ ਮੰਨੈ। ਜੇ ਬ੍ਰਹਮਾ ਵੀ ਆ ਕੇ ਸਮਝਾਵੇ ਤਾਂ ਵੀ ਨਹੀਂ ਸਮਝ ਸਕਦੇ। ਸ਼੍ਰੀ ਹਰਿ ਰਾਏ ਸੰਗ ਕਰ ਦੁਐਸ਼। ਸ੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਈਰਖਾ ਕਰਨ ਲੱਗ ਪਿਆ ਹੈ, ਦਵੈਸ਼ ਕਰਦਾ ਹੈ। ਤਿਨਹੁ ਕੀਨ ਇਹ ਸਿਰ ਵਿਸ਼ੇਸ਼। ਸਮਝਣ ਦੀ ਬਜਾਏ ਪੁੱਠਾ ਸਮਝਦਾ ਹੈ। ਕਈ ਲੋਕਾਂ ਦੀ ਮੱਤ ਪੁੱਠੀ ਹੁੰਦੀ ਹੈ, ਉਹਨਾਂ ਨੂੰ ਸਿੱਧਾ ਸਮਝਾਈਏ ਸਮਝਦੇ ਹੀ ਨਹੀਂ। ਕਿਸੇ ਬੱਚੇ ਨੇ, ਨੌਜਵਾਨ ਨੇ ਕਿਸੇ ਮਾਈ ਨੂੰ ਆਖਿਆ, ਮਾਤਾ ਜੀ ਆ ਮਾੜਾ ਜਿਹਾ ਪਰਾਂ ਹੋ ਜਾਓ, ਤੇ ਬੁੱਢੀ ਸੀ ਪੂਰੀ ਅਨਪੜ੍ਹ, ਮੂਰਖ ਕਹਿ ਲਓ, ਕਹਿੰਦੀ ਵੇ ਔਤਰਿਆਂ ਦੇ ਔਤਰਿਆ, ਤੂੰ ਮੈਨੂੰ ਆਪਣੇ ਪਿਓ ਦੀ ਰੰਨ ਬਣਾਉਣਾ। ਪੁੱਠਾ ਸਮਝ ਗਈ। ਉਹ ਤਾਂ ਕਹਿੰਦਾ ਮਾਤਾ ਜੀ ਕਿ ਮੈਂ ਤੇਰੀ ਮਾਤਾ ਕਿੱਥੋਂ ਲੱਗੀ, ਤੂੰ ਮੈਨੂੰ ਇੱਦਾਂ ਮਾਤਾ ਕਿਉਂ ਕਵੇਂ, ਕੌਣ ਹੁੰਦਾ ਤੂੰ ਮੈਨੂੰ ਮਾਤਾ ਕਹਿਣ ਵਾਲਾ। ਔਰੰਗਜ਼ੇਬ ਵੀ ਇਹੋ ਜਿਹਾ ਮੂਰਖ ਹੈ। ਗੁਰੂ ਘਰ ਦੀ ਸ਼ਕਤੀ ਵੇਖ ਕੇ ਝੁਕ ਜਾਣਾ ਚਾਹੀਦਾ ਸੀ, ਹੱਥ ਜੋੜ ਦੇਣੇ ਚਾਹੀਦੇ, ਮਹਾਰਾਜ ਸੱਚੇ ਪਾਤਸ਼ਾਹ ਮੈਂ ਭੁੱਲਿਆ, ਮੈਨੂੰ ਬਖਸ਼ ਲਓ। ਤੇ ਸਾਧ ਸੰਗਤ ਜੀ, ਉਹਦੀ ਜ਼ਿੰਦਗੀ ਵੀ ਸੁਧਰ ਜਾਂਦੀ, ਦਾ ਲੋਕ ਵੀ ਸੁਧਰ ਜਾਂਦਾ, ਪਰਲੋਕ ਵੀ ਸੁਧਰ ਜਾਂਦਾ, ਤੇ ਉਹ ਦੇਸ਼ ਦੀ ਵੀ ਚੰਗੀ ਸੇਵਾ ਕਰਦਾ, ਚੰਗਾ ਬਾਦਸ਼ਾਹ ਬਣ ਜਾਂਦਾ। ਪਰ ਹੁੰਦਾ ਉਹੀ ਹੈ ਜੋ ਮਨਜ਼ੂਰ ਖੁਦਾ ਹੋਤਾ ਹੈ, ਜੋ ਵਾਹਿਗੁਰੂ ਨੂੰ, ਪਰਮੇਸ਼ਰ ਨੂੰ, ਕਰਤੇ ਪੁਰਖ ਨੂੰ ਮਨਜ਼ੂਰ ਹੈ ਨਾ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭੁਆਈ ਹੈ। ਹੁਕਮ ਦੇ ਵਿੱਚ ਹੀ ਉੱਤਮ ਦੇਵਤੇ ਬਣਦੇ ਨੇ, ਹੁਕਮ ਦੇ ਵਿੱਚ ਹੀ ਨੀਚ ਰਾਖਸ਼ ਬਣਦੇ ਨੇ। ਇਹ ਪਰਮੇਸ਼ਰ ਦਾ ਭਾਣਾ ਹੀ ਇਹੋ ਜਿਹਾ ਸੀ ਕਿ ਔਰੰਗਜ਼ੇਬ ਨੇ ਇਸ ਗੱਲ ਨੂੰ ਵੀ ਸਮਝਿਆ ਨਹੀਂ, ਗੁਰੂ ਘਰ ਦੀ ਸ਼ਕਤੀ ਨੂੰ ਜਾਣਿਆ ਨਹੀਂ। ਪੁੱਠਾ ਦਿਮਾਗ, ਮਨ 'ਚ ਸੋਚਦਾ ਵੀ ਇਹ ਗੁਰੂ ਨੇ ਜਾਦੂ ਕਰਕੇ, ਕੋਈ ਟੂਣਾ ਕਰਕੇ ਮੈਨੂੰ ਦਿਖਾਇਆ ਹੈ। ਮੋਹਿ ਦਸ਼ਾ ਕੈਸੀ ਦਿਖਰਾਈ। ਦੇਖੋ ਗੁਰੂ ਨੇ ਮੇਰੀ ਕੀ ਦਸ਼ਾ ਦਿਖਾਈ ਹੈ, ਮੇਰੇ ਸਿਰ ਤੇ ਬਿਸ਼ਟਾ ਦਾ ਟੋਕਰਾ ਰੱਖਤਾ। ਵੀ ਇਹਨੂੰ ਮੂਰਖ ਨੂੰ ਪੁੱਛੇ ਵੀ ਸੁਪਨੇ ਵਿੱਚ ਤੈਨੂੰ ਆਪ ਸਾਰਾ ਅਨੁਭਵ ਹੋਇਆ, ਕੋਈ ਦੂਸਰਾ ਗਵਾਹ ਤਾਂ ਹੈ ਨਹੀਂ। ਜਾਂ ਸਾਧ ਸੰਗਤ ਜੀ, ਸੁਪਨਾ ਜਿਹੜਾ ਨਾ, ਸੁਪਨਾ ਬੰਦੇ ਦੀ ਅਸਲੀਅਤ ਦੱਸਦਾ, ਜੋ ਮੈਂ ਹਾਂ, ਜਿੱਦਾਂ ਦੇ ਮੇਰੇ ਖਿਆਲ ਨੇ, ਜਿੱਦਾਂ ਦੀ ਮੇਰੀ ਸੋਚ ਹੈ, ਉਹ ਮੇਰੇ ਸਾਹਮਣੇ ਆਉਂਦੀ ਹੈ। ਸਾਡੇ ਅੰਦਰੋਂ ਪੈਦਾ ਹੁੰਦਾ ਸੁਪਨੇ 'ਚ। ਕੋਈ ਵੀ ਚੀਜ਼ ਮਟੀਰੀਅਲ ਬਾਹਰ ਦਾ ਨਹੀਂ ਹੁੰਦਾ, ਕੋਈ ਬੰਦਾ ਬਾਹਰ ਦਾ ਨਹੀਂ ਹੁੰਦਾ। ਸੁਪਨੇ ਵਿੱਚ ਅੱਖਾਂ ਵੀ ਕੋਈ ਨਹੀਂ ਹੁੰਦੀਆਂ, ਫਿਰ ਵੀ ਦਿਸਦਾ ਹੈ। ਜੋ ਬੰਦੇ ਦੀ ਰੂਹ ਹੈ, ਬੰਦੇ ਦੀ ਆਤਮਾ ਹੈ, ਜੋ ਬੰਦੇ ਦਾ ਮਨ ਹੈ, ਜੋ ਬੰਦੇ ਦਾ ਮਨ ਬੁੱਧੀ ਹੈ, ਉਹ ਅੰਤःਕਰਨ ਦੀਆਂ ਬਿਰਤੀਆਂ ਹੀ ਸਾਰੀਆਂ ਉਜਾਗਰ ਹੁੰਦੀਆਂ। ਸੋ ਆਪਣਾ ਹੀ ਸ਼ੀਸ਼ਾ ਦਿਖਾਇਆ ਗੁਰੂ ਸਾਹਿਬ ਨੇ ਉਹਨੂੰ, ਪਰ ਉਹ ਸਮਝਦਾ ਨਹੀਂ। ਕਹਿੰਦਾ ਮੈਨੂੰ ਜਾਣ ਬੁੱਝ ਕੇ ਗੁਰੂ ਨੇ ਇਹੋ ਜਿਹਾ ਦਿਖਾਇਆ ਹੈ। ਦਾਰਾ ਕੋ ਪਾਤਸ਼ਾਹ ਬਣਾਈ। ਗੁਰੂ ਰਾਏ ਸਾਹਿਬ ਨੇ ਮੈਨੂੰ ਸੁਪਨੇ ਵਿੱਚ ਜੋ ਦਿਖਾਇਆ ਹੈ, ਜਾਦੂ ਨਾਲ ਦਿਖਾਇਆ ਹੈ, ਕਰਾਮਾਤ ਨਾਲ ਦਿਖਾਇਆ ਹੈ। ਦਾਰਾ ਸ਼ਿਕੋ ਨੂੰ ਤੇ ਬਾਦਸ਼ਾਹੀ ਦਿਖਾਈ ਹੈ, ਤੇ ਮੇਰੇ ਸਿਰ ਤੇ ਗੰਦਗੀ ਦਾ ਟੋਕਰਾ, ਮੈਨੂੰ ਬਿਸ਼ਟਾ ਦੇ ਟੋਕਰੇ ਦੇ ਥੱਲੇ ਗੰਦਗੀ ਦੇ 'ਚ ਲਿਬੜਿਆ ਹੋਇਆ ਦਿਖਾਇਆ ਹੈ। ਪਠਾ ਸੈਨ ਗਹਿਵਾਏ ਮੰਗਾਵੋ। ਮੈਂ ਫੌਜ ਭੇਜਾਂਗਾ, ਗੁਰੂ ਹਰਿਰਾਏ ਸਾਹਿਬ ਨੂੰ ਗ੍ਰਿਫਤਾਰ ਕਰਕੇ ਫੌਜ ਦਿੱਲੀ ਲੈ ਕੇ ਆਵੇਗੀ। ਮੈਂ ਆਪਣੀ ਅਬਸ਼ਕਤ ਦਿਖਾਵਾ। ਹੁਣ ਮੈਂ ਆਪਣੀ ਸ਼ਕਤੀ ਦਿਖਾਵਾਂਗਾ। ਗੁਰੂ ਨੇ ਤੇ ਆਪਣੀ ਸ਼ਕਤੀ ਦਿਖਾਤੀ ਹੈ। ਮੇਰੇ ਸਿਰ ਤੇ ਗੰਦਗੀ ਦਾ ਟੋਕਰਾ ਰੱਖ ਕੇ ਮੈਨੂੰ ਜਲੀਲ ਕੀਤਾ ਹੈ ਸੁਪਨੇ ਵਿੱਚ,
ਤੇ ਮੈਂ ਹੁਣ ਜਦੋਂ ਆਪਣੀ ਸ਼ਕਤੀ ਦਿਖਾਵਾਂਗਾ, ਗੁਰੂ ਨੂੰ ਗ੍ਰਿਫਤਾਰ ਕਰਕੇ ਦਿੱਲੀ ਸੱਦਾਂਗਾ। ਇਮ ਨਿਸ਼ਚੈ ਕਰ ਮੂਰਖ ਮਾਨੀ। ਇਸ ਤਰ੍ਹਾਂ ਮੂਰਖ, ਅਹੰਕਾਰੀ, ਪਾਪੀ ਔਰੰਗਜ਼ੇਬ ਨੇ ਪੁੱਠਾ ਨਿਸ਼ਚਾ ਕਰ ਲਿਆ। ਮਾੜੇ ਕਰਮ ਸਨ। ਮਾੜੇ ਕਰਮ ਜਿੰਨਾ ਚਿਰ ਪਾਪਾਂ ਦਾ ਘੜਾ ਭਰਦਾ ਨਹੀਂ, ਘੜਾ ਡੁੱਬਦਾ ਨਹੀਂ। ਜਿਵੇਂ ਘੜਾ ਪਾਣੀ 'ਚ ਸੁੱਟੀਏ ਉੱਤੇ ਤਰਦਾ ਰਹੇਗਾ, ਜਦੋਂ ਪੂਰਾ ਭਰ ਜਾਏਗਾ ਫਿਰ ਡੁੱਬ ਜਾਏਗਾ। ਇੱਦਾਂ ਇਹਦਾ ਔਰੰਗਜ਼ੇਬ ਦਾ ਪਾਪਾਂ ਦਾ ਘੜਾ ਅਜੇ ਭਰਨ ਵਾਲਾ ਸੀਗਾ। ਅਜੇ ਹੋਰ ਇਹਨੇ ਮਾੜੇ ਕਰਮ ਕਰਨੇ ਸੀ, ਹੋਰ ਪਾਪ ਕਰਨੇ ਸੀ। ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਦੀ ਸ਼ਰਨ ਨਹੀਂ ਪਿਆ, ਉਲਟਾ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਉਣ ਦਾ ਮਨਸੂਬਾ ਬਣਾਉਣ ਲੱਗਾ ਹੈ। ਕੀਨ ਬਾਹਨੀ ਤਿਆਰ ਮਹਾਨੀ। ਔਰੰਗੇ ਨੇ ਆਪਣੀ ਫੌਜ ਵੀ ਤਿਆਰ ਕਰ ਲਈ। ਹਜ਼ਾਰਾਂ ਫੌਜੀਆਂ ਦੀ ਟੁਕੜੀ ਤਿਆਰ ਕੀਤੀ। ਬੜੇ ਬੜੇ ਸੈਨਾਪਤੀ ਜਰਨੈਲਾਂ ਨੂੰ ਕਿਹਾ ਵੀ ਤੁਸੀਂ ਜਾਣਾ ਜੇ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੂੰ ਕੀਰਤਪੁਰ ਤੋਂ ਗ੍ਰਿਫਤਾਰ ਕਰਕੇ ਮੇਰੇ ਦਰਬਾਰ 'ਚ ਪੇਸ਼ ਕਰਨਾ ਜੇ। ਇੱਕ ਉਮਰਾਵ ਪਠਿਓ ਕਹਿ ਐਸੇ। ਇੱਕ ਉਮਰਾਵ, ਇੱਕ ਅਫਸਰ ਨੂੰ ਏਦਾਂ ਕਹਿ ਕੇ ਭੇਜਿਆ ਹੈ, ਗੁਰ ਕੋ ਲਿਆਵਹੁ ਜੈਸੇ ਕੈਸੇ। ਵੀ ਗੁਰੂ ਨੂੰ ਲੈ ਕੇ ਆਉਣਾ। ਜੇ ਗੁਰੂ ਪ੍ਰੇਮ ਨਾਲ ਆ ਜਾਵੇ ਪ੍ਰੇਮ ਨਾਲ ਲੈ ਆਓ, ਜੇ ਗੁਰੂ ਪ੍ਰੇਮ ਨਾਲ ਨਹੀਂ ਆਉਂਦਾ ਤਾਂ ਆ ਫੌਜਾਂ ਨਾਲ ਲੈ ਕੇ ਜਾਓ ਤੇ ਉਸ ਨੂੰ ਗ੍ਰਿਫਤਾਰ ਕਰਕੇ ਲਿਆਓ। ਜੈਸੇ ਕੈਸੇ, ਜਿਵੇਂ ਕਿਵੇਂ ਗੁਰੂ ਹਰਿਰਾਏ ਜੀ ਮੇਰੇ ਦਰਬਾਰ 'ਚ ਪੇਸ਼ ਹੋਣੇ ਚਾਹੀਦੇ ਹਨ। ਜੇਕਰ ਜੰਗ ਕਰੈ ਅਰ ਪਰੈ। ਜੇ ਗੁਰੂ ਅੱਗੋਂ ਲੜਾਈ ਕਰੇ, ਮੁਕਾਬਲਾ ਕਰੇ ਸਰਕਾਰੀ ਫੌਜ ਦਾ, ਸਨਮੁਖ ਲੋਹ ਤੁਮ ਹੋ ਸੋ ਕਰੈ। ਉਹ ਤੁਹਾਡੇ ਸਾਹਮਣੇ ਹਥਿਆਰ ਲੈ ਕੇ ਜੰਗ ਦੇ ਮੈਦਾਨ 'ਚ ਉਤਰ ਆਵੇ। ਤੂਰਨ ਲਿਖੋ ਮੋਹਿ ਦਿਸ਼ ਫੇਰ। ਤੇ ਮੈਨੂੰ ਫਟਾਫਟ ਤੁਸੀਂ ਲਿਖ ਕੇ ਭੇਜਿਆ ਜੇ, ਮੈਂ ਹੋਰ ਫੌਜਾਂ ਭੇਜ ਦਿਆਂਗਾ, ਮੈਂ ਤੋਪਖਾਨਾ ਭੇਜ ਦਿਆਂਗਾ, ਹਾਥੀ ਘੋੜੇ ਹੋਰ ਭੇਜ ਦਿਆਂਗਾ, ਹਥਿਆਰ ਹੋਰ ਭੇਜ ਦਿਆਂਗਾ, ਤੇ ਗੁਰੂ ਮੈਨੂੰ ਜਿਉਂਦਾ ਮੁਰਦਾ ਮੇਰੇ ਦਰਬਾਰ 'ਚ ਪੇਸ਼ ਕਰ ਦਿਓ। ਬਹੁ ਲਸ਼ਕਰ ਭੇਜੋ ਬਿਨ ਫੇਰ। ਮੈਂ ਬਿਨਾਂ ਦੇਰੀ ਦੇ ਬਹੁਤ ਸਾਰਾ ਲਸ਼ਕਰ, ਬਹੁਤ ਸਾਰੀ ਫੌਜ ਚੜਾ ਦਿਆਂਗਾ ਜਿਹੜੀ ਗੁਰੂ ਨੂੰ ਫੜ ਕੇ ਲਿਆਵੇਗੀ। ਕਰੋ ਸੰਘਾਰਨ ਕਹਿ ਗਹਿ ਲਿਆਵਹੁ। ਕਹਿਣ ਲੱਗਾ ਜਾਂ ਤਾਂ ਗੁਰੂ ਹਰਿਰਾਏ ਜੀ ਨੂੰ ਜਾਨ ਤੋਂ ਮਾਰ ਦਿਓ, ਜਾਂ ਫਿਰ ਗੁਰੂ ਨੂੰ ਗ੍ਰਿਫਤਾਰ ਕਰਕੇ ਹੱਥ ਕੜੀਆਂ ਬੇੜੀਆਂ 'ਚ ਜਕੜ ਕੇ ਲਿਆਓ ਮੇਰੇ ਦਰਬਾਰ ਵਿੱਚ। ਨਹਿ ਮਾਰਗ ਮਹਿ ਬਿਲਮ ਲਗਾਵਹੁ। ਤੇ ਰਸਤੇ 'ਚ ਦੇਰੀ ਨਹੀਂ ਲਾਣੀ, ਛੇਤੀ ਜਾਣਾ, ਛੇਤੀ ਆਉਣਾ ਹੈ। ਜੰਗ ਸਮਗਰੀ ਲੈ ਕਰ ਸਬੈ। ਜੰਗ ਦੀ ਸਾਰੀ ਸਮਗਰੀ, ਹਥਿਆਰ, ਘੋੜੇ, ਫੌਜਾਂ ਲੈ ਕੇ, ਤੋਪ ਤਪਕ ਸਮੁਦਾਇਨ ਤਬੈ। ਨਾਲ ਤੋਪਖਾਨਾ, ਵੱਡੀਆਂ ਤੋਪਾਂ, ਛੋਟੀਆਂ ਤੋਪਾਂ। ਗਮਨਿਓ ਦਿੱਲੀ ਤੇ ਕਰ ਕੂਚ। ਉਹ ਉਮਰਾਵ ਦਿੱਲੀੋਂ ਚੱਲ ਪਿਆ। ਜੰਗ ਦੀ ਤਿਆਰੀ ਵੀ ਕਰ ਲਈ ਤੇ ਗੱਲਬਾਤ ਦੀ ਵੀ ਕਰ ਲਈ, ਵੀ ਪਹਿਲਾਂ ਤੇ ਗੁਰੂ ਸਾਹਿਬ ਨੂੰ ਗੱਲਬਾਤ ਨਾਲ ਮਨਾਵਾਂਗੇ ਵੀ ਮਹਾਰਾਜ ਦਿੱਲੀ ਚੱਲੋ, ਤੁਹਾਨੂੰ ਬਾਦਸ਼ਾਹ ਮਿਲਣਾ ਚਾਹੁੰਦਾ ਹੈ। ਜੇ ਗੁਰੂ ਨਾ ਮੰਨਿਆ ਫਿਰ ਆਪਾਂ ਲੜਾਈ ਕਰਾਂਗੇ, ਗੁਰੂ ਨੂੰ ਬੰਨ੍ਹ ਕੇ ਲਿਆਵਾਂਗੇ। ਏਕ ਮੰਜ਼ਲ ਉਮਰਾਵ ਪਹੁੰਚ। ਸਾਧ ਸੰਗਤ ਜੀ, ਉਹ ਅਫਸਰ ਦਿੱਲੀ ਤੋਂ ਫੌਜ ਲੈ ਕੇ ਤੁਰਿਆ, ਇੱਕ ਮੰਜ਼ਲ ਕੀਤੀ। ਦਿੱਲੀ ਤੋਂ 40-50 ਮੀਲ ਯਾਨੀ ਕਹਿ ਲਓ ਸੋਨੀਪਤ, ਪਾਣੀਪਤ ਦੇ ਕੋਲ ਆ ਗਿਆ। ਭਾਈ ਜਾਮਨੀ ਕੀਨਸ ਡੇਰਾ। ਉੱਥੇ ਰਾਤ ਪੈ ਗਈ। ਉਸ ਅਫਸਰ ਨੇ ਰਾਤ ਸੋਨੀਪਤ ਦੇ ਲਾਗੇ ਕਿਤੇ ਡੇਰਾ ਕੀਤਾ, ਰਾਤ ਕੱਟਣ ਲਈ ਛਾਉਣੀ ਪਾਈ ਹੈ। ਖਾਨ ਪਾਨ ਕਰ ਸੁਪਤ ਬਸੇਰਾ। ਉੱਥੇ ਖਾਣ ਪਾਣ ਕਰਕੇ ਸੋਨੀਪਤ, ਪਾਣੀਪਤ ਦੇ ਲਾਗੇ ਉਹਨਾਂ ਨੇ ਰਾਤ ਸੌਣਾ ਕੀਤਾ ਹੈ। ਕੁਛ ਕਾਚੋ ਆਮਿਖ ਰਹਿ ਗਇਓ। ਸਾਧ ਸੰਗਤ ਜੀ, ਜਿਹੜਾ ਰਾਤ ਨੂੰ ਭੋਜਨ ਬਣਿਆ ਸੀ ਉਹਦੇ ਵਿੱਚ ਜਿਹੜਾ ਮਾਸ ਬਣਾਇਆ ਸੀ ਨਾ, ਮੀਟ, ਉਹ ਕੱਚਾ ਰਹਿ ਗਿਆ। ਉਹ ਕੱਚਾ ਹੀ ਖਾ ਲਿਆ ਉਸ ਅਫਸਰ ਨੇ। ਭਖਿਆਨ ਕੀਨ ਸਪਤ ਸੋ ਭਇਓ। ਉਹ ਰਾਤ ਕੱਚਾ ਖਾ ਕੇ, ਪੂਰਾ ਗਲਿਆ ਨਹੀਂ ਸੀਗਾ, ਕੱਚਾ ਮਾਸ ਖਾ ਕੇ ਸੌਂ ਗਿਆ। ਬਿਨਾ ਹਾਜਮੇ ਹੈਜਾ ਹੋਇਆ ਕੈ। ਉਹ ਹਾਜਮ ਨਹੀਂ ਹੋਇਆ। ਹੁਣ ਮੀਟ ਜਿਹੜਾ ਹੈ ਇਹ ਭਾਰਾ ਹੁੰਦਾ, ਜਿਹਦਾ ਹਾਜਮਾ ਕਮਜ਼ੋਰ ਹੋਵੇ ਤੇ ਉੱਤੋਂ ਉਹ ਵੀ ਕੱਚਾ ਹੋਵੇ ਮਾਸ, ਤੇ ਉਹਨੇ ਤਾਂ ਮਰਨਾ ਹੀ ਹੈ। ਕਹਿੰਦੇ ਇਹ ਅਫਸਰ ਨੇ ਖਾ ਲਿਆ, ਕੱਚਾ ਮਾਸ ਖਾ ਲਿਆ, ਉਹ ਹਾਜਮ ਨਹੀਂ ਹੋਇਆ।
ਰਾਤ ਨੂੰ ਪੇਟ ਵਿੱਚ ਹੈਜਾ ਹੋ ਗਿਆ, ਉਲਟੀਆਂ ਦਸਤ ਲੱਗ ਗਏ। ਸੋ ਮਰ ਗਇਓ ਤਹਾਂ ਦੁਖ ਪੈ ਕੈ। ਸਵੇਰ ਤੱਕ ਹਾਏ 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 ਕਰਦਾ, ਚੀਕਾਂ ਮਾਰਦਾ ਹੋਇਆ ਮਰ ਗਿਆ। ਜਿਹੜਾ ਗੁਰੂ ਹਰਿਰਾਏ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਫੌਜਾਂ ਦਾ ਜਰਨੈਲ ਚੱਲਿਆ ਸੀ, ਉਹ ਪਾਣੀਪਤ ਤੋਂ ਪਹਿਲਾਂ ਹੀ ਪਹਿਲੀ ਮੰਜ਼ਲੇ ਹੀ ਮਰ ਗਿਆ। ਬਰਾਤ ਭਈ ਤਿਸ ਕੋ ਦਫਨਾਇਓ। ਸਵੇਰੇ ਫੌਜਾਂ ਨੇ ਉੱਠ ਕੇ ਉਹਦੀ ਕਬਰ ਪੱਟੀ, ਉੱਥੇ ਪਾਣੀਪਤ ਸੋਨੀਪਤ ਦੇ ਲਾਗੇ ਕਿਤੇ ਜਿੱਥੇ ਛਾਉਣੀ ਬਣਾਈ ਸੀ, ਉੱਥੇ ਦਫਨ ਕੀਤਾ, ਉਹਦੀ ਕਬਰ ਬਣਾਈ ਉੱਥੇ। ਲਿਖ ਅਵਰੰਗ ਕੇ ਨਿਕਟ ਪਠਾਇਓ। ਤੇ ਇਸ ਗੱਲ ਦੀ ਰਿਪੋਰਟ ਬਾਦਸ਼ਾਹ ਔਰੰਗਜ਼ੇਬ ਨੂੰ ਲਿਖ ਕੇ ਭੇਜੀ ਵੀ ਬਾਦਸ਼ਾਹ ਸਲਾਮਤ, ਜਿਹੜਾ ਅਫਸਰ ਤੁਸੀਂ ਭੇਜਿਆ ਸੀ ਗੁਰੂ ਨੂੰ ਫੜਨ ਵਾਸਤੇ, ਉਹ ਰਾਤ ਮਰ ਗਿਆ ਹੈ। ਕੱਚਾ ਮਾਸ ਖਾਇਆ ਸੀ, ਹੈਜਾ ਹੋ ਗਿਆ, ਉਹਦੇ ਨਾਲ ਉਹਦੀ ਮੌਤ ਹੋ ਗਈ ਹੈ। ਤਹਤੇ 16 ਸ਼ਕਰ ਹਟ ਗਇਓ। ਉਹ ਫੌਜ ਵੀ ਵਾਪਸ ਦਿੱਲੀ ਚਲੀ ਗਈ ਉੱਥੋਂ ਉੱਠ ਕੇ, ਮਹਾ ਸ਼ੋਕ ਤਿਨ ਹੂੰ ਮੈਂ ਭਇਓ। ਕਿਉਂਕਿ ਉਹ ਫੌਜ ਦਾ ਜਰਨੈਲ ਮਰ ਗਿਆ। ਉਹ ਸਾਰੀ ਫੌਜ ਦੀ ਟੁਕੜੀ ਬੜੀ ਦੁਖੀ ਹੈ, ਰੋਂਦੀ ਆ, ਕਹਿੰਦੇ ਅਸੀਂ ਨਹੀਂ ਜਾਣਾ ਗੁਰੂ ਨਾਲ ਲੜਨ ਵਾਸਤੇ। ਸਾਡਾ ਅਫਸਰ ਜਿਹੜਾ ਐਡਾ ਜਰਨੈਲ ਸੀ, ਉਹ ਰਸਤੇ 'ਚ ਮਰ ਗਿਆ, ਅਸੀਂ ਵੀ ਕੀ ਪਤਾ ਸਾਡਾ ਕੀ ਬਣੇਗਾ। ਤੇ ਕਈ ਅਫਸਰਾਂ ਨੂੰ ਇਹ ਵੀ ਪਤਾ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਨਾਲ 4 ਜੰਗਾਂ ਬਾਦਸ਼ਾਹ ਨੇ ਕੀਤੀਆਂ ਸੀ, ਸ਼ਾਹਜਹਾਨ ਨੇ, ਉਹਦੇ ਵੱਡੇ ਵੱਡੇ ਜਰਨੈਲ ਫੌਜਾਂ ਸਮੇਤ ਮਾਰੇ ਗਏ ਸੀ। ਇਹ ਗੁਰੂ ਨਾਨਕ ਦਾ ਘਰ ਹੈ, ਵੱਡੀ ਸ਼ਕਤੀ ਹੈ ਇੱਥੇ, ਤੇ ਇਹਦੇ ਨਾਲ ਜੇ ਮੱਥਾ ਲਾਵਾਂਗੇ ਤੇ ਸਾਡਾ ਰਹਿਣਾ ਕੱਖ ਨਹੀਂ, ਸਾਡਾ ਬਚਣਾ ਕੁਛ ਨਹੀਂ। ਇਸ ਕਰਕੇ ਫੌਜੀ ਟੁਕੜੀ ਵਾਪਸ ਦਿੱਲੀ ਚਲੀ ਗਈ। ਕੇਤਕ ਦਿਨ ਬਿਤਾਏ ਕਰ ਫੇਰ। ਕੁਝ ਦਿਨ ਸਾਧ ਸੰਗਤ ਜੀ ਹੋਰ ਬੀਤ ਗਏ। ਨਹਿ ਮੁਰਾਦ ਕੋ ਪ੍ਰਾਪਤ ਹੇਰ। ਔਰੰਗਜ਼ੇਬ ਦੀ ਮੁਰਾਦ ਪੂਰੀ ਨਹੀਂ ਹੋਈ, ਪਰ ਇਹ ਇਹੋ ਜਿਹਾ ਪਾਪੀ ਸੀ, ਸਿਰੜੀ ਸੀਗਾ, ਇਹ ਜਿਹੜੀ ਗੱਲ ਦੇ ਮਗਰ ਪੈ ਜਾਂਦਾ ਸੀ, ਛੱਡਦਾ ਨਹੀਂ ਸੀ, ਖਹਿੜਾ ਨਹੀਂ ਸੀ ਛੱਡਦਾ। ਮੂਰਖ ਸੀਗਾ, ਕਿਉਂਕਿ ਮੂਰਖ ਦੇ ਲੱਛਣ ਬਾਣੀ ਵਿੱਚ ਮਹਾਰਾਜ ਨੇ ਕਹੇ ਨੇ ਵੀ ਮੂਰਖ ਬੰਦਾ ਉਹ ਹੁੰਦਾ ਜਿਹੜਾ ਹੰਕਾਰੀ ਹੁੰਦਾ, ਜਿੱਦੀ ਹੁੰਦਾ। ਕਹਿੰਦਾ ਮੇਰੀ ਜਿੱਦ ਪੂਰੀ ਹੋਣੀ ਚਾਹੀਦੀ, ਜਿਹੜੀ ਗੱਲ ਮੈਂ ਕਹੀ ਹੋਣੀ ਚਾਹੀਦੀ। ਔਰੰਗਜ਼ੇਬ ਹੰਕਾਰੀ ਸੀਗਾ, ਮੂਰਖ ਉਹ ਜੇ ਮੁਗਦਾ ਹੈ ਹੰਕਾਰੇ ਮਰਨਾ। ਹੰਕਾਰ ਦੇ ਵਿੱਚ ਹੀ ਆਪਣਾ ਆਪ ਬੇੜਾ ਗਰਕ ਕਰ ਰਿਹਾ ਹੈ। ਹਾਂਜੀ, ਅਪਰ ਕੀਨ ਤਿਆਰੀ ਉਮਰਾਵ। ਇਹਨੇ ਕਿਸੇ ਹੋਰ ਅਫਸਰ ਨੂੰ ਤਿਆਰ ਕੀਤਾ, ਬਈ ਤੂੰ ਜਾ ਗੁਰੂ ਹਰਿਰਾਏ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲਿਆ। ਜੇ ਤੇ ਪ੍ਰੇਮ ਨਾਲ ਆ ਜਾਣ ਤਾਂ ਪ੍ਰੇਮ ਨਾਲ ਲੈ ਆ, ਜੇ ਨਾ ਪ੍ਰੇਮ ਨਾਲ ਆਉਣ ਫਿਰ ਫੜ ਕੇ ਲਿਆਉਣੇ ਹਨ। ਦੇ ਕਰ ਲਸ਼ਕਰ ਜੰਗ ਬਨਾਵ। ਜੰਗ ਦੇ ਲਈ ਫੌਜਾਂ ਨਾਲ ਭੇਜਤੀਆਂ, ਆ ਫੌਜ ਲੈ ਜਾ, ਜੇ ਲੜਾਈ ਕਰਨੀ ਪਵੇ ਤੇ ਗੁਰੂ ਨਾਲ ਲੜ ਪਵੀਂ, ਗੁਰੂ ਦੀਆਂ ਫੌਜਾਂ ਮਾਰ ਕੇ ਗੁਰੂ ਨੂੰ ਜਿਉਂਦਾ ਫੜ ਕੇ ਮੇਰੇ ਕੋਲ ਲੈ ਕੇ ਆਵੀਂ। ਸ਼ਾਹ ਨਿਕਟਤਾ ਰੁਖਸਤ ਹੋਏ। ਉਹ ਜਿਹੜਾ ਅਫਸਰ ਸੀ ਦੂਜਾ, ਉਹ ਵੀ ਆਪਣੀ ਫੌਜ ਦੀ ਟੁਕੜੀ ਲੈ ਕੇ ਦਿੱਲੀੋਂ ਦੁਬਾਰਾ ਤੁਰ ਪਿਆ। ਜਿਹੜਾ ਪਹਿਲਾਂ ਤਾਂ ਮਰ ਗਿਆ ਸੀ, ਦੂਜਾ ਤੁਰ ਪਿਆ। ਗਮਨਿਓ ਮਗ ਆਵਨ ਕੋ ਸੋਏ। ਉਹ ਸਾਧ ਸੰਗਤ ਜੀ ਜਿਹੜਾ ਰਸਤਾ ਆਉਂਦਾ ਨਾ ਦਿੱਲੀ ਤੋਂ ਪੰਜਾਬ ਨੂੰ, ਇਹ ਬੜਾ ਪੁਰਾਣਾ ਰਸਤਾ, ਇਹਨੂੰ ਸ਼ੇਰਸ਼ਾਹ ਸੂਰੀ ਮਾਰਗ ਕਹਿੰਦੇ, GT ਰੋਡ। ਇਹਦੇ ਉੱਤੇ ਤੁਰਿਆ, ਰਸਤੇ 'ਚ ਸ਼ਹਿਰ ਆਉਂਦੇ ਆ ਸੋਨੀਪਤ, ਪਾਣੀਪਤ, ਕਰਨਾਲ, ਕੁਰਸ਼ੇਤਰ, ਅੰਬਾਲਾ। ਫਿਰ ਅੱਗੇ ਕੀਰਤਪੁਰ ਸਾਹਿਬ ਨੂੰ ਰਸਤਾ ਫਟ ਜਾਂਦਾ, ਇੱਥੋਂ ਅੰਬਾਲੇ ਤੋਂ ਫਟਦਾ ਹੈ ਬਨੂੜ, ਬਨੂੜ ਤੋਂ ਖਰੜ, ਤੇ ਖਰੜ ਤੋਂ ਫਿਰ ਰੋਪੜ, ਤੇ ਅੱਗੇ ਫਿਰ ਕੀਰਤਪੁਰ ਸਾਹਿਬ ਨੂੰ ਰਸਤਾ ਜਾਂਦਾ ਹੈ। ਇਸ ਰਸਤੇ ਤੇ ਉਹ ਅਫਸਰ ਜਿਹੜਾ ਹੈ ਦਿੱਲੀੋਂ ਚੱਲ ਪਿਆ। ਕਿਤਕ ਮੰਜ਼ਲ ਜਬ ਚੱਲ ਕਰ ਆਇਓ। ਇਹ 2-4 ਮੰਜ਼ਲਾਂ ਚੱਲ ਕੇ ਜਦੋਂ ਆਇਆ, ਤੋਪ ਜੰਬੂਰ ਜੰਜੈਲਨ ਲਿਆਇਓ। ਨਾਲ ਤੋਪਖਾਨਾ ਵੀ ਸੀ, ਜਮੂਰੇ, ਛੋਟੀਆਂ ਤੋਪਾਂ ਨੂੰ ਕਹਿੰਦੇ ਜੰਬੂਰਾ, ਤੇ ਵੱਡੀਆਂ ਤੋਪਾਂ ਜੰਜੈਲਾਂ ਜਿਹੜੀਆਂ ਊਠ ਦੇ ਉੱਤੇ ਲੱਦ ਕੇ ਲੰਮੀ ਬੰਦੂਕ ਚਲਾਉਂਦੇ ਆ, ਇੱਦਾਂ ਦੀਆਂ ਬਹੁਤ ਸਾਰੀਆਂ ਬੰਦੂਕਾਂ, ਤੋਪਖਾਨੇ ਲੈ ਕੇ ਆਇਆ। ਬਹੁਤ ਵਧੀਆ ਵਧੀਆ ਹਥਿਆਰ ਲੈ ਕੇ ਆਇਆ। ਤਿਸਕੇ ਭਇਓ ਰੋਗ ਇਸ ਭਾਂਤੀ। ਉਹਨੂੰ ਰਸਤੇ 'ਚ ਆਉਂਦਿਆਂ ਇਹੋ ਜਿਹੀ ਬਿਮਾਰੀ ਹੋ ਗਈ, ਜਲਵੇ ਲੱਗੀ ਅਚਾਨਕ ਛਾਤੀ। ਕਿ ਉਹਦੀ ਛਾਤੀ 'ਚ ਜਲਨ ਪੈਦਾ ਹੋ ਗਈ, ਸਾੜ ਪੈਦਾ ਹੋਣ ਲੱਗ ਪਿਆ। ਉਹਨੂੰ ਅੰਦਰੋਂ ਕੋਈ ਬਿਮਾਰੀ ਲੱਗ ਗਈ। ਉਸ ਬਿਮਾਰੀ ਦੇ ਨਾਲ ਉਹ ਜਿਹੜਾ ਹੈ ਦਿਨੋਂ ਦਿਨ ਬਿਮਾਰ ਹੁੰਦਾ ਗਿਆ। ਰਸਤੇ 'ਚ ਸਫ਼ਰ ਕਰਨਾ ਵੀ ਔਖਾ ਹੋ ਗਿਆ ਉਹਦੇ ਕੋਲੋਂ। ਅਸਵਾਰੀ ਪਰ ਚੜਿਓ ਨਾ ਜਾਏ। ਨਾ ਉਹ ਘੋੜੇ ਤੇ ਬਹਿ ਸਕੇ, ਨਾ ਊਂਠ ਦੀ ਸਵਾਰੀ ਕਰ ਸਕੇ,
ਨਾ ਉਹ ਹਾਥੀ ਦੀ ਸਵਾਰੀ ਕਰ ਸਕੇ। ਜਿਉ ਹਲ ਹੈ ਤਿਉ ਹੱਡ ਫਟਾਏ। ਜੇ ਉਹ ਮਾੜਾ ਜਿਹਾ ਹਿੱਲਦਾ ਸੀ ਨਾ ਤੇ ਉਹਦੇ ਹੱਡ ਟੁੱਟਦੇ ਸਨ, ਪੀੜ ਹੁੰਦੀ ਸੀ, ਇੰਨੀ ਦਰਦ ਹੁੰਦੀ ਸੀ, ਛਾਤੀ 'ਚ ਦਰਦ ਸ਼ੁਰੂ ਹੋਈ, ਅੰਦਰ ਅੰਦਰ ਸਾਰੇ ਸਰੀਰ 'ਚ ਫੈਲ ਗਈ। ਖਾਧਾ ਵੀ ਕੁਛ ਨਹੀਂ ਜਾਂਦਾ ਤੇ ਨਾ ਕੋਈ ਆਰਾਮ ਆਵੇ ਨਾ ਨੀਂਦ ਆਵੇ। ਇੰਨੀ ਮਾੜੀ ਹਾਲਤ ਉਸ ਅਫਸਰ ਦੀ ਹੋ ਗਈ ਰਸਤੇ ਵਿੱਚ। ਕੇਤਕ ਦਿਨ ਮਗ ਮਹਿ ਪਰ ਰਹਿਓ। ਕੁਝ ਦਿਨ ਤੇ ਰਸਤੇ 'ਚ ਹੀ ਉੱਥੇ ਰੁਕਿਆ ਰਿਹਾ ਵੀ ਮੈਂ ਇਲਾਜ ਕਰਾ ਕੇ ਫਿਰ ਅੱਗੇ ਜਾਵਾਂਗਾ। ਨੀਠ ਨੀਠ ਦਿੱਲੀ ਮਗ ਲਹਿਓ। ਕਹਿੰਦੇ ਅਖੀਰ ਫਿਰ ਉਹਨੇ ਆਖਿਆ ਵੀ ਮੇਰੀ ਤੇ ਸਿਹਤ ਖਰਾਬ ਹੈ ਵੀ ਮੈਂ ਨਹੀਂ ਜਾ ਸਕਦਾ, ਕੀਰਤਪੁਰ ਅਜੇ ਦੂਰ ਹੈ, ਵਾਪਸ ਦਿੱਲੀ ਚੱਲੀਏ। ਉਹ ਵੀ ਰਸਤੇ 'ਚੋਂ ਹੀ ਵਾਪਸ ਦਿੱਲੀ ਨੂੰ ਹੋ ਗਿਆ। ਸੁਨ ਅਵ ਰੰਗ ਰਸ ਹੈ ਅਕਲਾਏ। ਹਾਂ, ਇਹ ਸੋਚਦਾ ਵੀ ਔਰੰਗਜ਼ੇਬ ਬਾਦਸ਼ਾਹ ਕਹਿੰਦੇ ਬੜਾ ਗੁੱਸਾ ਕਰੇਗਾ, ਨਾਰਾਜ਼ ਹੋਵੇਗਾ। ਤਹ ਲੋ ਪਹੁੰਚ ਨ ਕੋਈ ਪਾਏ। ਔਰੰਗਜ਼ੇਬ ਨੂੰ ਜਾ ਕੇ ਦੱਸਿਆ, ਉਹਨੇ ਆਖਿਆ ਜੀ ਮੈਂ ਗਿਆ ਜ਼ਰੂਰ ਸੀ ਪਰ ਮੈਨੂੰ ਬਿਮਾਰੀ ਨੇ ਪਕੜ ਲਿਆ, ਮੈਂ ਬਿਮਾਰ ਹੋ ਗਿਆ, ਮੇਰੇ ਕੋਲੋਂ ਤੁਰਿਆ ਨਹੀਂ ਜਾਂਦਾ ਹੁਣ, ਨਾ ਮੈਂ ਖਲੋ ਸਕਦਾ ਹਾਂ। ਹਾਥੀ 'ਤੇ ਬਹਿਣਾ, ਘੋੜੇ 'ਤੇ ਬਹਿਣਾ ਜਾਂ ਊਂਠ 'ਤੇ ਬਹਿ ਕੇ ਸਵਾਰੀ ਕਰਨੀ ਔਖੀ ਹੈ। ਮੇਰੀ ਤਾਂ ਸਿਹਤ ਬਹਿਣ ਜੋਗੀ ਵੀ ਨਹੀਂ, ਗੱਲਬਾਤ ਕਰਨ ਜੋਗਾ ਵੀ ਮੈਂ ਨਹੀਂ, ਲੜਨਾ ਤਾਂ ਬੜੀ ਦੂਰ ਦੀ ਗੱਲ ਹੁੰਦੀ ਹੈ, ਸਰੀਰ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ। ਮੈਂ ਵਾਪਸ ਆ ਗਿਆ। ਔਰੰਗਜ਼ੇਬ ਬੜਾ ਹੈਰਾਨ ਹੋਇਆ, ਕਹਿਣ ਲੱਗਾ ਪਤਾ ਨਹੀਂ ਕੀ ਗੱਲ ਹੈ, ਜਿਹਨੂੰ ਵੀ ਭੇਜਦੇ ਆ ਵਾਪਸ ਆ ਜਾਂਦਾ। ਪਹਿਲਾ ਬੰਦਾ ਗਿਆ ਉਹ ਮਰ ਗਿਆ, ਉਹਦੀ ਫੌਜ ਵਾਪਸ ਆ ਗਈ, ਦੂਜਾ ਆਪ ਬਿਮਾਰ ਹੋ ਕੇ ਵਾਪਸ ਆ ਗਿਆ ਹੈ। ਗੁਰੂ ਦੇ ਕੋਲ ਕੋਈ ਅੱਪੜ ਨਹੀਂ ਸਕਦਾ। ਪੁਨ ਕੇ ਤਕ ਦਿਨ ਬੀਤੇ ਜਬੈ। ਫੇਰ ਕੁਝ ਦਿਨ ਬੀਤ ਗਏ, 10-15 ਦਿਨ, ਮਹੀਨਾ ਹੋਰ ਲੰਘ ਗਿਆ ਇਸੇ ਤਰ੍ਹਾਂ ਗੱਲਾਂ ਬਾਤਾਂ ਵਿੱਚ ਹੀ। ਸ਼੍ਰੀ ਹਰਿ ਰਾਏ ਸਿਮਰ ਕਰ ਤਬੈ। ਫੇਰ ਔਰੰਗੇ ਨੂੰ ਗੁਰੂ ਸਾਹਿਬ ਦੀ ਯਾਦ ਆ ਗਈ। ਹੈ ਬੜਾ ਸਿਰੜੀ ਸੀ, ਛੱਡਦਾ ਨਹੀਂ ਸੀ ਖਹਿੜਾ, ਜਿਹਦੇ ਮਗਰ ਪੈਂਦਾ ਸੀ ਨਾ ਉਹ ਫਿਰ ਆਪਣੀ ਗੱਲ ਮਨਾ ਕੇ ਛੱਡਦਾ ਸੀ ਔਰੰਗਾ। ਤ੍ਰਿਤੀਯ ਪੁਨ ਉਮਰਾਵ ਚੜਾਇਓ। ਇਹਨੇ ਫਿਰ ਤੀਸਰੇ ਅਫਸਰ ਨੂੰ ਕਿਹਾ, ਕੋਈ ਤੀਜਾ ਉਮਰਾਵ ਜਰਨਲ ਕੋਈ ਵੱਡਾ ਫੌਜ ਦਾ, ਉਸ ਨੂੰ ਆਖਿਆ ਤੂੰ ਜਾ ਬਈ, ਫੌਜਾਂ ਲੈ ਕੇ ਗੁਰੂ ਹਰਿਰਾਏ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਿਆ, ਭਾਵੇਂ ਪ੍ਰੇਮ ਨਾਲ ਮਨਾ ਕੇ ਲਿਆ ਜਾਂ ਉਹਨਾਂ ਨੂੰ ਮਾਰ ਦੇ, ਇਹ ਤੈਨੂੰ ਪੂਰੀਆਂ ਪਾਵਰਾਂ ਦਿੱਤੀਆਂ ਹਨ। ਹੋਏ ਰਖ ਸਦ ਮਾਰਗ ਗਮਨਾਇਓ। ਹੁਣ ਤੀਜਾ ਅਫਸਰ ਦਿੱਲੀ ਤੋਂ ਤੀਜੀ ਵਾਰੀ ਫੌਜ ਦੀ ਟੁਕੜੀ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਦੇ ਰਸਤੇ ਪੈ ਗਿਆ। ਦਿੱਲੀ ਤੋਂ ਕੀਰਤਪੁਰ ਸਾਹਿਬ ਸਾਧ ਸੰਗਤ ਜੀ ਪੂਰੇ 300 ਕਿਲੋਮੀਟਰ ਬਣਦਾ ਹੈ। ਸੋ ਇਹ ਰਸਤੇ ਵਿੱਚ ਜਦੋਂ ਆਇਆ ਹੈ, ਸੋ ਪੀ ਕੁਛ ਦੁਖ ਤੇ ਮਰ ਗਇਓ। ਇਹਨੂੰ ਵੀ ਰਸਤੇ 'ਚ ਕੋਈ ਬਿਮਾਰੀ ਹੋਈ, ਇਹ ਰਸਤੇ 'ਚ ਫਿਰ ਮਰ ਗਿਆ। ਪਹਿਲਾ ਵੀ ਮਰ ਗਿਆ ਸੀ ਤੇ ਤੀਜਾ ਵੀ ਮਰ ਗਿਆ, ਦੂਜਾ ਬਿਮਾਰ ਹੋ ਕੇ ਵਾਪਸ ਮੁੜ ਗਿਆ ਸੀ। ਇਸ ਤਰ੍ਹਾਂ ਮਹਾਰਾਜ ਪਰਮੇਸ਼ਰ ਅਕਾਲ ਪੁਰਖ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀਆਂ ਪੀਰੀਆਂ ਦੇ ਮਾਲਕ ਬਚਨ ਕਰ ਗਏ ਸੀਗੇ। ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਣ ਲੱਗੇ ਨਾ ਸਨ 1644 ਦੇ ਵਿੱਚ ਕੀਰਤਪੁਰ ਸਾਹਿਬ ਪਤਾਲਪੁਰੀ, ਤਾਂ ਉੱਥੇ ਗੁਰੂ ਹਰਿਰਾਏ ਸਾਹਿਬ ਨੇ ਪੁੱਛਿਆ ਸੀ, ਮਹਾਰਾਜ ਮੈਨੂੰ ਇਹ ਦੱਸੋ ਵੀ ਫੌਜਾਂ ਰੱਖਣੀਆਂ ਕਿ ਨਹੀਂ ਰੱਖਣੀਆਂ। ਛੇਵੇਂ ਪਾਤਸ਼ਾਹ ਕਹਿੰਦੇ ਫੌਜਾਂ ਰੱਖਣੀਆਂ, ਸ਼ਸਤਰ ਵੀ ਰੱਖਣੇ, ਘੋੜੇ ਵੀ ਰੱਖਣੇ, ਫੌਜ ਵੀ ਰੱਖਣੀ, ਸ਼ਿਕਾਰ ਖੇਡਣ ਵੀ ਜਾਣਾ, ਪੂਰੀ ਮਰਿਆਦਾ ਰੱਖਣੀ। ਜੰਗ ਨਹੀਂ ਲੜਨਾ, ਜੰਗ ਤੁਹਾਨੂੰ ਨਹੀਂ ਲੜਨਾ ਪੈਣਾ, ਜੰਗ 10ਵੇਂ ਜਾਮੇ 'ਚ ਲੜਾਂਗੇ। ਤੁਹਾਡੇ ਸਮੇਂ ਜਿਹੜਾ ਚੜ੍ਹ ਕੇ ਆਏਗਾ ਉਹ ਉਤਰ ਕੇ ਜਾਏਗਾ। ਇਹ ਮਹਾਰਾਜ ਛੇਵੇਂ ਪਾਤਸ਼ਾਹ ਦਾ ਬਚਨ ਹੋਇਆ, ਗੁਰੂ ਹਰਗੋਬਿੰਦ ਸਾਹਿਬ ਦਾ। ਸਤਿਗੁਰਾਂ ਦੇ ਬਚਨ ਦੀ ਕਲਾ ਵੇਖੋ। 3 ਅਫਸਰ ਤਿੰਨੇ ਹੀ ਰਾਜ ਰਹਿ ਗਏ, ਇੱਕ ਵਾਪਸ ਮੁੜ ਗਿਆ, 2 ਰਸਤੇ 'ਚ ਮਰ ਗਏ ਹਨ। ਕਈ ਬਾਰ ਇਮ ਭੇਜਤ ਭਇਓ। ਔਰੰਗਾ ਕਈ ਵਾਰੀ ਇਸ ਤਰ੍ਹਾਂ ਫੌਜਾਂ ਭੇਜਦਾ ਰਿਹਾ ਪਰ ਉਹ ਰਸਤੇ 'ਚ ਰਹਿੰਦੀਆਂ ਰਹੀਆਂ। ਕੀਰਤਪੁਰ ਸਾਹਿਬ ਅੱਪੜ ਨਹੀਂ ਸਕੀਆਂ ਮਹਾਰਾਜ ਸਤਵੇਂ ਪਾਤਸ਼ਾਹ ਜੀ ਦੇ ਕੋਲ। ਆਦੋ ਪੰਥ ਨ ਉਲੰਘਿਓ ਕੋਈ। ਅੱਧਾ ਰਸਤਾ ਨਹੀਂ ਕੋਈ ਲੰਘਿਆ, ਯਾਨੀ ਦਿੱਲੀ ਤੋਂ ਤਰਿਆ ਤੇ ਸਾਧ ਸੰਗਤ ਜੀ ਕੁਰਸ਼ੇਤਰ ਅੱਧ ਵਿੱਚ ਪੈਂਦਾ ਹੈ। ਦਿੱਲੀ ਤੋਂ 150 ਕਿਲੋਮੀਟਰ ਕੁਰਸ਼ੇਤਰ ਹੈ ਤੇ ਕੁਰਸ਼ੇਤਰ ਤੋਂ 150 ਕਿਲੋਮੀਟਰ ਅੱਗੇ ਕੀਰਤਪੁਰ ਸਾਹਿਬ ਹੈ। ਕੋਈ ਮਰ ਗਿਆ ਪਾਣੀਪਤ, ਕੋਈ ਸੋਨੀਪਤ ਹੀ ਰਹਿ ਗਿਆ, ਕੋਈ ਕਰਨਾਲ ਤੱਕ ਅੱਪੜਿਆ, ਕੁਰਸ਼ੇਤਰ ਤੱਕ ਤੇ ਕੋਈ ਅੱਪੜਿਆ ਹੀ ਨਹੀਂ ਗਏ। ਅੱਗੇ ਕਿਹਨੇ ਜਾਣਾ ਸੀ, ਰਸਤੇ 'ਚ ਹੀ ਮਰਦੇ ਰਹੇ। ਜਿੰਨੇ ਵੀ ਅਫਸਰ ਮਹਾਰਾਜ ਨੂੰ ਮਾਰਨ ਵਾਸਤੇ ਫੜਨ ਵਾਸਤੇ ਆਉਂਦੇ ਸੀ ਉਹ ਰਸਤੇ 'ਚ ਹੀ
ਜਿਵੇਂ ਮਹਾਰਾਜ ਦੀ ਬਾਣੀ 'ਚ ਬਚਨ ਆਉਂਦਾ ਹੈ, ਜੇ ਕੋ ਸਰ ਸੰਧੇ ਜਨ ਉਪਰ ਫਿਰ ਉਲਟੋ ਤਿਸੇ ਲਗਾਵੇਗੋ। ਜਿਹੜਾ ਸੰਤਾਂ ਮਹਾਂਪੁਰਸ਼ਾਂ ਤੇ ਤੀਰ ਚਲਾਏਗਾ ਉਲਟਾ ਉਹਨੂੰ ਹੀ ਲੱਗੇਗਾ। ਰੱਬ ਦੇ ਪਿਆਰਿਆਂ ਦਾ ਜਿਹੜਾ ਬੁਰਾ ਚਿਤਵੇਗਾ, ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਜਿਹੜਾ ਗੁਰੂ ਸਭ ਦਾ ਭਲਾ ਕਰਦਾ ਉਹਦਾ ਬੁਰਾ ਕੌਣ ਕਰ ਸਕਦਾ? ਕੋਈ ਵੀ ਨਹੀਂ ਕਰ ਸਕਦਾ। ਹਾਂਜੀ, ਹੋਤ ਬਿਗਨ ਪੀਛੇ ਹਟ ਸੋਈ। ਇਸ ਤਰ੍ਹਾਂ ਸਾਧ ਸੰਗਤ ਜੀ ਵਿਘਨ ਪੈਂਦੇ ਰਹੇ ਤੇ ਤੁਰਕ ਪਿਛਾਂ ਹੀ ਹਟ ਜਾਂਦੇ ਰਹੇ। ਸੰਗਤ ਦਿੱਲੀ ਤੇ ਚੱਲ ਆਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਦਿੱਲੀ ਦੀ ਸੰਗਤ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਆਉਂਦੀ ਸੀ ਸਾਲ ਪਿੱਛੋਂ। ਉਹ ਸੰਗਤ ਦਿੱਲੀ ਦੀ ਇਕੱਠੀ ਹੋ ਕੇ ਮਹਾਰਾਜ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਆਈ ਹੈ। ਬੰਧਨ ਕਰ ਅਕੋਰ ਅਰਪਾਈ। ਦਿੱਲੀ ਦੇ ਸਿੱਖਾਂ ਨੇ ਮਹਾਰਾਜ ਨੂੰ ਮੱਥਾ ਟੇਕਿਆ, ਆਪਣੀ ਭੇਟਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕੀਤੀ ਹੈ। ਸੋ ਕਰ ਜੋਰਤ ਕਰ ਅਰਦਾਸ। ਦਿੱਲੀ ਦੇ ਸਿੱਖਾਂ ਨੇ ਹੱਥ ਜੋੜ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਆਪਣੀ ਅਰਦਾਸ ਬੇਨਤੀ ਇਉਂ ਕੀਤੀ ਹੈ। ਸ਼੍ਰੀ ਗੁਰੂ ਜੀ ਸਭ ਬਿਘਨ ਵਿਨਾਸ਼। ਹੇ ਸੱਚੇ ਪਾਤਸ਼ਾਹ, ਹੇ ਬਿਘਨਾਂ ਦੇ ਨਾਸ ਕਰਨ ਵਾਲੇ ਸਤਿਗੁਰੂ ਜੀ, ਸ਼ਾਹ ਹੁਸੈਨ ਬਹੁ ਬਾਰ ਪਠਾਈ। ਆਪ ਜੀ ਨੂੰ ਗ੍ਰਿਫਤਾਰ ਕਰਨ ਲਈ, ਆਪ ਜੀ ਨੂੰ ਮਾਰਨ ਲਈ, ਆਪ ਜੀ ਨੂੰ ਦਿੱਲੀ ਲਿਆਉਣ ਵਾਸਤੇ ਔਰੰਗਜ਼ੇਬ ਨੇ, ਪਾਪੀ ਨੇ ਕਈ ਵਾਰ ਫੌਜਾਂ ਭੇਜੀਆਂ ਨੇ। ਕਦੀ ਉਹਦੇ ਅਫਸਰ ਮਹਾਰਾਜ ਮਰ ਜਾਂਦੇ ਨੇ, ਕਦੀ ਬਿਮਾਰ ਹੋ ਕੇ ਵਾਪਸ ਆ ਜਾਂਦੇ ਨੇ। ਉਹਦੀ ਪੇਸ਼ ਨਹੀਂ ਕੋਈ ਜਾ ਰਹੀ। ਪਰ ਔਰੰਗਜ਼ੇਬ ਠੰਡਾ ਹੋ ਕੇ ਨਹੀਂ ਬੈਠਿਆ, ਤੁਹਾਡੇ ਖਿਲਾਫ ਰੋਜ਼ ਹੀ ਸੋਚਾਂ ਸੋਚਦਾ ਰਹਿੰਦਾ ਹੈ। ਭਏ ਬਿਗਨ ਤੁਮ ਲਗ ਨਹਿ ਆਈ। ਮਹਾਰਾਜ, ਤੁਹਾਡੀ ਕਲਾ ਹੀ ਐਸੀ ਹੈ ਪਰਮੇਸ਼ਰ ਜੀ, ਵੀ ਤੁਹਾਡੇ ਤਾਂ ਕੱਪੜ ਹੀ ਨਹੀਂ ਸਕਦਾ ਪਾਪੀ। ਜਿਹੜਾ ਵੀ ਚੱਲਦਾ ਰਸਤੇ 'ਚ ਹੀ ਰਹਿ ਜਾਂਦਾ। ਬੁਰਾ ਚਿਤਵਤ ਮਰੀ ਹੈ। ਬੁਰਾ ਸੋਚਦੇ ਸੋਚਦੇ ਬੁਰੇ ਬੰਦੇ ਮਰ ਜਾਂਦੇ। ਮਹਾਂਪੁਰਸ਼ਾਂ ਦਾ ਬਾਲ ਨਹੀਂ ਵਿੰਗਾ ਹੁੰਦਾ। ਸੱਚੇ ਪਾਤਸ਼ਾਹ ਜੀ, ਤੁਹਾਡੇ ਤਾਂ ਕੱਪੜ ਨਹੀਂ ਸਕੇ, ਪਰ ਕੋਸ਼ਿਸ਼ ਪੂਰੀ ਕੀਤੀ ਹੈ। ਤੋਪਾਂ, ਤੋਪਖਾਨੇ, ਹਥਿਆਰ, ਘੋੜੇ, ਫੌਜਾਂ, ਜੰਗੀ ਸਮਾਨ ਲੈ ਕੇ ਤੁਰਦੇ ਦਿੱਲੀ ਤੋਂ। ਕੋਈ ਸੋਨੀਪਤ ਆ ਕੇ ਮਰ ਜਾਂਦਾ ਹੈ, ਕੋਈ ਪਾਣੀਪਤ ਬਿਮਾਰ ਹੋ ਕੇ ਮੁੜ ਜਾਂਦਾ ਹੈ, ਕੋਈ ਕਰਨਾਲ ਆਪਣੀ ਕਬਰ ਬਣਾ ਬਹਿੰਦਾ ਹੈ। ਮਹਾਰਾਜ, ਇੱਦਾਂ ਦੀ ਕਹਾਣੀ ਹੈ ਇਹਨਾਂ ਦੀ। ਹਾਂਜੀ, ਸੁਨ ਕਰ ਸ਼੍ਰੀ ਹਰਿ ਰਾਏ ਬਖਾਨਾ। ਸਤਿਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਦੀ ਬੇਨਤੀ ਸੁਣ ਕੇ ਬੋਲੇ, ਗੁਰੂ ਪਿਤਾਮੇ ਪ੍ਰਭੂ ਮਹਾਨਾ। ਦੇਖੋ ਬਈ ਸਿੱਖੋ, ਸਾਡੇ ਵੱਡੇ ਮਹਾਰਾਜ ਛੇਵੇਂ ਪਾਤਸ਼ਾਹ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀਆਂ ਪੀਰੀਆਂ ਦੇ ਮਾਲਕ, ਦੋਹਾਂ ਜਹਾਨਾਂ ਦੇ ਵਾਲੀ ਔਰ ਸਾਰੀਆਂ ਸ਼ਕਤੀਆਂ ਦੇ ਮਾਲਕ ਸਨ। ਤਿਨ ਕੋ ਕਹਿਓ ਬਾਕ ਫੁਰ ਹੋਤਾ। ਉਹਨਾਂ ਦਾ ਬਚਨ ਪੂਰਾ ਹੁੰਦਾ ਹੈ। ਉਹਨਾਂ ਨੂੰ ਅਸੀਂ ਪੁੱਛਿਆ ਸੀ ਵੀ ਦਾਦਾ ਜੀ ਜੰਗ ਲੜਨਾ ਪਏਗਾ, ਤੇ ਉਹਨਾਂ ਨੇ ਆਖਿਆ ਸੀ ਨਹੀਂ, ਤੁਹਾਨੂੰ ਜੰਗ ਨਹੀਂ ਲੜਨਾ ਪਏਗਾ। ਜਿਹੜਾ ਚੜ੍ਹ ਕੇ ਆਏਗਾ ਉਤਰ ਕੇ ਜਾਏਗਾ। ਫੌਜਾਂ ਤਿਆਰ ਬਰ ਤਿਆਰ ਰੱਖਿਆ ਜੇ, ਪਰ ਜੰਗ ਨਹੀਂ ਕਰਨਾ। ਸੋ ਅਸੀਂ ਆਪਣੇ ਦਾਦਾ ਜੀ ਦਾ ਹੁਕਮ ਮੰਨ ਕੇ ਫੌਜਾਂ ਦਾ ਤਿਆਰ ਬਰ ਤਿਆਰ ਰੱਖੀਆਂ ਨੇ, ਪਰ ਜੰਗ ਸਾਨੂੰ ਕਰਨ ਦਾ ਸਮਾਂ ਨਹੀਂ ਮਿਲਣਾ। ਉਹਨਾਂ ਨੇ ਕਿਹਾ ਸੀ ਵੀ 10ਵੇਂ ਜਾਮੇ 'ਚ ਜੰਗ ਲੜਾਂਗੇ, ਉਹਨਾਂ ਚਿਰ ਸ਼ਾਂਤੀ ਰੱਖਣੀ ਹੈ। ਸੋ ਉਹ ਸਮਾਂ ਜਦੋਂ ਆਏਗਾ ਸਿੱਖੋ, ਉਦੋਂ ਫਿਰ ਜੰਗ ਯੁੱਧ ਹੋਣੇ ਨੇ। ਅਜੇ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਦੀ ਤਲਵਾਰ ਚੱਲਦੀ ਹੈ, ਉਹਨਾਂ ਦੇ ਬਚਨ ਦੇ ਤੀਰ ਚੱਲਦੇ ਨੇ। ਉਹ ਦੁਸ਼ਟਾਂ ਦਾ, ਪਾਪੀਆਂ ਦਾ ਰਸਤੇ 'ਚ ਹੀ ਨਾਸ ਕਰ ਦਿੰਦੇ ਨੇ। ਜੇ ਤੁਮ ਕੋ ਬਿਗਨ ਉਦੋਤਾ। ਭਾਈ ਗੁਰੂ ਸਾਹਿਬ ਨੇ ਸਾਨੂੰ ਇਹ ਕਿਹਾ ਸੀ, ਛੇਵੇਂ ਪਾਤਸ਼ਾਹ ਨੇ, ਬਈ ਸੱਤਵੇਂ ਪਾਤਸ਼ਾਹ ਤੁਹਾਨੂੰ ਕੋਈ ਵਿਘਨ ਪਵੇ ਸੋ ਤਤਕਾਲ ਹਟ ਹੈ ਦੁਖ ਪਾਵੈ ਹੈ। ਤੁਸੀਂ ਅਰਦਾਸ ਕਰਿਆ ਜੇ, ਅਸੀਂ ਅੰਗ ਸੰਗ ਰਵਾਂਗੇ। ਉਹ ਜਿਹੜਾ ਪਾਪੀ ਦੁਸ਼ਟ ਕੋਈ ਮਲੇਸ਼ ਆਵੇਗਾ, ਉਹਨੂੰ ਰਸਤੇ ਵਿੱਚ ਹੀ ਸਾਂਭ ਲਵਾਂਗੇ। ਉਹ ਤੁਹਾਡੇ ਦਾ ਕੱਪੜ ਨਹੀਂ ਦਿਆਂਗੇ ਅਸੀਂ। ਹਾਂਜੀ, ਅਗਨ ਨਿਕਟ ਔਰਾ ਗਰ ਜਾਵੈ ਹੈ। ਜਿਵੇਂ ਬਰਫ਼ ਦਾ ਔਲਾ ਗੜਾ ਅੱਗ ਦੇ ਕੋਲ ਜਾਂਦਿਆਂ ਜਾਂਦਿਆਂ ਹੀ ਗਲ ਜਾਂਦਾ, ਅੱਗ ਤੱਕ ਪਹੁੰਚਦਾ ਹੀ ਨਹੀਂ। ਸਾਧ ਸੰਗਤ ਜੀ, ਆ ਜਿਹੜੇ ਗੜੇ ਪੈਂਦੇ ਆ, ਇਹ ਬਰਫ਼ ਦੇ ਗੜੇ ਹੁੰਦੇ ਆ। ਇਹ ਉੱਤੋਂ ਔਲੇ ਕਹਿੰਦੇ ਆ, ਗੜੇ ਕਹਿੰਦੇ ਆ। ਉਹ ਜਦੋਂ ਡਿੱਗਦੇ ਆ ਜ਼ਮੀਨ ਦੇ ਉੱਤੇ ਤੇ ਹੌਲੇ ਹੌਲੇ ਗਲ ਜਾਂਦੇ ਆ, ਪਰ ਜੇ ਅੱਗ ਬਲਦੀ ਹੋਵੇ ਅੱਗ ਦੇ ਕੋਲ ਆਉਣ ਤੋਂ ਪਹਿਲਾਂ ਹੀ ਗਲ ਜਾਂਦੇ ਆ। ਤੇ ਇੱਥੇ ਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਤਪ ਤੇਜ ਇੰਨਾ ਹੈ
ਉਹਨਾਂ ਦਾ ਪ੍ਰਤਾਪ ਹੀ ਇੰਨਾ ਹੈ। ਮਹਾਰਾਜ ਪਹਿਲੀ ਪਾਤਸ਼ਾਹੀ ਦਾ ਮਹਾਰਾਜ ਛੇਵੀਂ ਪਾਤਸ਼ਾਹੀ ਦੇ ਬਚਨਾਂ ਦਾ ਵੀ ਸਾਰੇ ਗੁਰੂ ਸਾਹਿਬਾਂ ਦੀ, ਗੁਰੂ ਨਾਨਕ ਦੀ ਕਲਾ ਵਰਤਦੀ ਹੈ ਕਿ ਦੁਸ਼ਮਣ ਰਸਤੇ 'ਚ ਹੀ ਰਹਿ ਜਾਂਦੇ ਹਨ। ਤੁਮਰੇ ਨਿਕਟ ਨ ਆਵੈ ਕੋਈ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ RAM ਕਾਰ ਦੁੱਖ ਲੱਗੈ ਨ ਪਾਈ। ਸਾਡੇ ਆਲੇ ਦੁਆਲੇ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਨੇ ਇਹ ਵਾੜ ਕੀਤੀ ਹੋਈ ਹੈ। ਉਹਨਾਂ ਨੇ ਕਿਹਾ ਹੋਇਆ ਵੀ ਤੁਹਾਨੂੰ ਕੋਈ ਦੁੱਖ ਨਹੀਂ ਲੱਗੇਗਾ। ਉਦਮ ਕਰਤ ਬਿਨਾਸ਼ਨ ਹੋਈ, ਜਿਹੜਾ ਕੋਈ ਉਦਮ ਕਰੇਗਾ ਤੁਹਾਨੂੰ ਦੁੱਖ ਦੇਣ ਦਾ, ਕੋਈ ਬੁਰਾ ਸੋਚੇਗਾ, ਉਹਦਾ ਆਪਣਾ ਹੀ ਵਿਨਾਸ਼ ਹੋ ਜਾਏਗਾ। ਤਿਨ ਕੋ ਬਾਕ ਸਹਾਇਕ ਸਦਾ, ਇਹ ਸਿੱਖੋ ਸਾਨੂੰ ਤਾਂ ਆਪਣੇ ਦਾਦਾ ਜੀ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਦੀ ਓਟ ਹੈ। ਉਹਨਾਂ ਦਾ ਬਚਨ ਸਾਡੇ ਅੰਗ ਸੰਗ ਹੈ। ਜਿੱਥੇ ਗੁਰੂ ਦਾ ਬਚਨ ਹੈ ਸਾਧ ਸੰਗਤ ਜੀ, ਉੱਥੇ ਕੋਈ ਤਾਕਤ ਨਹੀਂ ਅੜ ਸਕਦੀ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਗੁਰੂ ਸਾਹਿਬ ਦੇ ਬਚਨਾਂ ਦੀ ਓਟ ਹੈ। ਸਾਨੂੰ ਭਰੋਸਾ ਹੈ ਵੀ ਜੋ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਸਾਨੂੰ ਕਹਿ ਗਏ ਨੇ, ਉਹਨਾਂ ਬਚਨਾਂ ਨੂੰ ਦੁਨੀਆ ਦੀ ਕੋਈ ਤਾਕਤ ਉਲਟਾ ਨਹੀਂ ਸਕਦੀ। ਦੁਸ਼ਟ ਬਿਨਾਸ਼ਕ ਹੈ ਜਦ ਕਦਾ, ਉਹਨਾਂ ਦੇ ਬਚਨ ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਹਨ। ਉਹ ਮਹਾਂਬਲੀ ਯੋਧੇ ਹਨ। ਮੇਰੀਆਂ ਪੀਰੀਆਂ ਦੇ ਮਾਲਕਾਂ ਨੂੰ ਛੇਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦਾ ਪ੍ਰਤਾਪ ਇਤਨਾ ਹੈ। ਉਹਨਾਂ ਦਾ ਤੇ ਨਾਂ ਲੈ ਲਓ ਨਾ, ਧੰਨ ਗੁਰੂ ਹਰਗੋਬਿੰਦ ਸਾਹਿਬ। ਸਾਰੀ ਸੰਗਤ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਮੇਰੀ ਪੀਰੀ ਦੇ ਮਾਲਕ। ਇਹ ਕੋਈ ਨਾਂ ਲੈ ਲਵੇ ਪ੍ਰੇਮ ਨਾਲ ਤੇ ਦੁਸ਼ਟ ਰਸਤੇ 'ਚ ਹੀ ਮਰ ਜਾਂਦੇ ਐ। ਕੋਈ ਪਾਪੀ ਨੇੜੇ ਨਹੀਂ ਆ ਸਕਦਾ। ਕਹਿਓ ਸਭਾ ਮਹਿ ਸ਼੍ਰੀ ਹਰਿ ਰਾਏ, ਇਹ ਬਚਨ ਸੱਤਵੇਂ ਪਾਤਸ਼ਾਹ ਨੇ ਸਾਰੀ ਸੰਗਤ ਦਿੱਲੀ ਦੀ ਨੂੰ ਅਤੇ ਜਿਹੜੇ ਹੋਰ ਸਿੱਖ ਬੈਠੇ ਸੀ ਉਹਨਾਂ ਸਾਰਿਆਂ ਨੂੰ ਸੁਣਾਏ ਵੀ ਸਾਨੂੰ ਛੇਵੇਂ ਪਾਤਸ਼ਾਹ ਮਹਾਰਾਜ ਨੇ ਵਰ ਦਿੱਤਾ ਹੋਇਆ, ਜਿਹੜਾ ਤੁਹਾਡੇ ਤੇ ਚੜ੍ਹ ਕੇ ਆਏਗਾ ਉਤਰ ਕੇ ਜਾਏਗਾ, ਰਸਤੇ 'ਚ ਹੀ ਰਹਿ ਜਾਏਗਾ। ਕੋਈ ਦੁਸ਼ਟ ਪਾਪੀ ਤੁਹਾਡੇ ਤੱਕ ਅੱਪੜ ਹੀ ਨਹੀਂ ਸਕੇਗਾ। ਸੋਨ ਸਿੱਖ ਭਖ ਹੈ ਤੁਮ ਸੁਖ ਪਾਏ। ਸਿੱਖਾਂ ਨੇ ਆਖਿਆ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਚਨ ਸੱਤ ਹਨ। ਜੋ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਰਸਨਾ ਤੋਂ ਬੋਲ ਨਿਕਲ ਗਏ ਉਹਨਾਂ ਨੂੰ ਕੋਈ ਨਹੀਂ ਟਾਲ ਸਕਦਾ। ਹੋਏ ਬਿਨਾਸ਼ਨ ਸ਼ਤਰੂ ਤੁਮਾਰੇ, ਮਹਾਰਾਜ ਤੁਹਾਡੇ ਵੈਰੀ ਖਤਮ ਹੋ ਜਾਣੇ ਹਨ। ਹਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹੱਥ ਮੋਹਿ ਬਚਾਵੋ। ਮਹਾਰਾਜ ਇਹ ਬਾਣੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਧ ਸੰਗਤ ਜੀ ਉਚਾਰਨ ਕੀਤੀ ਚੌਪਈ ਸਾਹਿਬ। ਜਿਹੜੇ ਗੁਰੂ ਕੇ ਸਿੱਖ ਰੋਜ਼ ਨਿਤਨੇਮ ਨਾਲ ਪੜ੍ਹਦੇ ਆ ਨਾ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੇ ਮੋਹਿ ਬਚਾਵੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਇਸ ਚੌਪਈ ਦੀਆਂ 108 ਪੰਕਤੀਆਂ ਹਨ। 108 ਦੀ ਮਾਲਾ ਬਣਾਈ ਹੋਈ ਹੈ। 108 ਪੰਕਤੀਆਂ ਹਨ। ਉਸ ਤੋਂ ਬਾਅਦ ਅੜੇਲ 'ਚ ਮਹਿਮਾ ਦੱਸੀ ਹੈ। ਸੁਨੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵੀ। ਜਿਹੜਾ ਇਹਨੂੰ ਸੁਣੇਗਾ ਗੂੰਗੇ ਨੂੰ ਜ਼ੁਬਾਨ ਮਿਲ ਜੇਗੀ, ਮੂਰਖ ਨੂੰ ਬੁੱਧੀ ਮਿਲ ਜੇਗੀ। ਦੁੱਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹਿ, ਉਹਦੇ ਨੇੜੇ ਕੋਈ ਦੁੱਖ ਦਲਿੱਦਰ ਡਰ ਨਹੀਂ ਆਵੇਗਾ। ਹੋ ਜੋ ਜਾਂ ਕੀ ਏਕ ਬਾਰ ਚੌਪਈ ਕੋ ਕਹੈ, ਜਿਹੜਾ ਗੁਰੂ ਮਹਾਰਾਜ ਦੀ ਇਸ ਚੌਪਈ ਦਾ ਪਾਠ ਕਰੇਗਾ। ਇਸ ਤਰ੍ਹਾਂ ਦੇ ਪਹਿਲਾਂ ਵੀ ਗੁਰੂ ਕੇ ਸ਼ਬਦ ਗੁਰਬਾਣੀ ਵਿੱਚ ਬਹੁਤ ਹਨ। ਜਿਵੇਂ ਮਹਾਰਾਜ ਦੀ ਬਾਣੀ 'ਚ ਆਉਂਦਾ, ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਹੋਵਾ ਆਪ ਦਇਆਲ ਮਨੋ ਨਾ ਵਿਸਾਰਿਅਨ। ਤੇ ਇਹਦੇ ਵਿੱਚ ਮਹਾਰਾਜ ਕਹਿੰਦੇ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ। ਜਿਹੜੇ ਸਾਕਤ ਨੇ, ਨਿੰਦਕ ਨੇ, ਦੁਸ਼ਟ ਨੇ, ਪਾਪੀ ਨੇ, ਸੰਤਾਂ ਦੇ ਵੈਰੀ ਨੇ, ਉਹਨਾਂ ਨੂੰ ਮਹਾਰਾਜ ਆਪ ਹੀ ਨਾਸ ਕਰ ਦਿੰਦਾ ਹੈ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਇਸ ਕਰਕੇ ਗੁਰੂ ਕੇ ਸਿੱਖਾਂ ਨੂੰ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ। ਛੇਵੇਂ ਪਾਤਸ਼ਾਹ ਦੇ ਬਚਨਾਂ ਤੇ ਭਰੋਸਾ ਸੱਤਵੇਂ ਪਾਤਸ਼ਾਹ ਕਰਦੇ ਹਨ ਤੇ ਸੰਗਤਾਂ ਵੀ ਕਰਦੀਆਂ ਹਨ। ਕੋ
ਸੋ ਸਮਰੱਥ ਜੋ ਸਕ ਹੈ ਨਿਹਾਰੇ। ਸਿੱਖ ਕਹਿੰਦੇ ਮਹਾਰਾਜ ਕੌਣ ਹੋ ਇੰਨੀ ਪਾਵਰ ਦਾ ਮਾਲਕ ਜਿਹੜਾ ਤੁਹਾਡੇ ਵੱਲ ਬੁਰੀ ਨਿਗਾਹ ਨਾਲ ਵੇਖ ਸਕੇ, ਝਾਕ ਵੀ ਸਕੇ। ਉਤਹ ਸ਼ਾਹ ਕੋ ਕਹਿਤ ਮੁਲਾਨੇ। ਉਧਰ ਸਾਧ ਸੰਗਤ ਜੀ ਇੱਧਰ ਤੇ ਗੁਰੂ ਕੇ ਸਿੱਖਾਂ ਦੇ ਭਰੋਸੇ, ਗੁਰੂ ਕੇ ਸਿੱਖਾਂ ਦੇ ਵਿਸ਼ਵਾਸ ਕੰਮ ਕਰ ਰਹੇ ਨੇ ਗੁਰੂ ਦੇ ਬਚਨਾਂ ਉੱਤੇ। ਉਧਰ ਕਾਜ਼ੀਆਂ ਮੁਲਾਣਿਆਂ ਦੀ ਦੇਖੋ ਕੀ ਹਾਲਤ ਹੈ, ਵਿਚਾਰਿਆਂ ਨੂੰ ਨੀਂਦ ਹੀ ਨਹੀਂ ਆਉਂਦੀ ਰਾਤ ਨੂੰ। ਉੱਚੋ ਪੇੜੇ ਲੱਗੇ ਵੀ ਗੁਰੂ ਨੂੰ ਫੜੋ, ਗੁਰੂ ਨੂੰ ਬੁਲਾਓ, ਪੇਸ਼ ਕੋਈ ਜਾਂਦੀ ਨਹੀਂ। ਔਰੰਗੇ ਦੇ ਕੋਲ ਜਾ ਜਾ ਕੇ ਕਾਜ਼ੀ ਮੁਲਾਣੇ ਇਉਂ ਕਹਿੰਦੇ ਨੇ, ਲਿਖੋ ਸਮਤਾ ਸਾਥ ਮਹਾਨੇ। ਹੇ ਬਾਦਸ਼ਾਹ ਤੁਸੀਂ ਗੁਰੂ ਹਰਿਰਾਏ ਸਾਹਿਬ ਵੱਲ ਚਿੱਠੀ ਲਿਖੋ ਪ੍ਰੇਮ ਦੇ ਨਾਲ, ਸ਼ਰਨ ਪੈ ਕੇ ਵੀ ਮਹਾਰਾਜ ਤੁਸੀਂ ਮਹਾਂਪੁਰਸ਼ ਹੋ ਤੇ ਦਿੱਲੀ ਆ ਕੇ ਸਾਨੂੰ ਦਰਸ਼ਨ ਦਿਓ। ਜਿਸ ਤੇ ਪ੍ਰੀਤ ਸੋ ਜਾਨੀ ਜਾਏ। ਹੁਣ ਚਿੱਠੀ ਇਸ ਤਰ੍ਹਾਂ ਦੀ ਲਿਖੋ ਵੀ ਗੁਰੂ ਸਾਹਿਬ ਪ੍ਰੇਮ ਦੇ ਵਿੱਚ ਮਹਿਸੂਸ ਕਰਨ ਵੀ ਬਾਦਸ਼ਾਹ ਸਾਨੂੰ ਪ੍ਰੇਮ ਨਾਲ ਸੱਦ ਰਿਹਾ ਹੈ। ਪਰ ਸਾਧ ਸੰਗਤ ਜੀ ਜੇ ਦਿਲ 'ਚ ਪ੍ਰੇਮ ਹੋਵੇ ਤਾਂ ਹੀ ਪ੍ਰੇਮ ਦਾ ਅਸਰ ਹੁੰਦਾ। ਜੇ ਮਨ 'ਚ ਕਪਟ ਹੋਵੇ ਉਤੋਂ ਆਓ ਜੀ ਵੀਰ ਜੀ ਬਾਬਾ ਜੀ ਗੁਰੂ ਜੀ ਮਿੱਠੇ ਬਣ ਕੇ ਤੇ ਵਿੱਚ ਛੁਰੀ ਚੁੱਕੀ ਹੋਵੇ ਨੇੜੇ ਆਵੇਗਾ ਤੇ ਮਾਰ ਦਿਆਂਗੇ। ਉਹ ਪ੍ਰੇਮ ਬੰਦੇ ਨੂੰ ਤਾਂ ਧੋਖਾ ਦੇ ਸਕਦਾ, ਗੁਰੂ ਨੂੰ ਨਹੀਂ ਦੇ ਸਕਦਾ। ਝੂਠਾ ਪ੍ਰੇਮ ਦਿਖਾਓ ਕਹਿੰਦੇ। ਗੁਰੂ ਨੂੰ ਦਿੱਲੀ ਬੁਲਾ ਲਓ ਇੱਕ ਵਾਰੀ। ਚਾਹੋ ਸੋ ਕਰੋ ਜਬ ਹੈ ਇਤ ਆਏ। ਜਦੋਂ ਗੁਰੂ ਦਿੱਲੀ ਆ ਗਿਆ ਫਿਰ ਜਿਵੇਂ ਮਰਜ਼ੀ ਕਰ ਲਿਆ ਜੇ, ਫਿਰ ਆਪਣੇ ਕਾਬੂ ਆ ਜਾਏਗਾ। ਇਸ ਕਰਕੇ ਇੱਕ ਵਾਰੀ ਗੁਰੂ ਨੂੰ ਦਿੱਲੀ ਸੱਦੀਏ। ਨਿਸ਼ਠੁਰ ਹਰਫ ਨ ਲਿਖੀਐ ਕੋਏ। ਇਹ ਬਾਦਸ਼ਾਹ ਕੋਈ ਧਮਕੀ ਵਾਲੀ ਗੱਲ ਨਾ ਲਿਖੋ, ਕੋਈ ਕਠੋਰ ਬਚਨ ਨਾ ਲਿਖੋ, ਪ੍ਰੇਮ ਦੇ ਬਚਨ ਲਿਖੋ। ਬੜੇ ਜਿਵੇਂ ਸਾਧੂਆਂ ਸੰਤਾਂ ਗੁਰੂਆਂ ਪੀਰਾਂ ਨੂੰ ਬੇਨਤੀ ਕਰੀਦੀ ਹੈ ਨਾ, ਇੱਦਾਂ ਦੀ ਬੇਨਤੀ ਕਰੋ। ਇਹ ਸਾਧ ਭੋਲੇ ਹੁੰਦੇ ਨੇ, ਇਹਨਾਂ ਨੂੰ ਜੇ ਕੋਈ ਪ੍ਰੇਮ ਨਾਲ ਬੇਨਤੀ ਕਰੇ ਤੇ ਛੇਤੀ ਕਾਬੂ ਆ ਜਾਂਦੇ ਨੇ। ਆਪਾਂ ਗੁਰੂ ਹਰਿਰਾਏ ਸਾਹਿਬ ਨੂੰ ਪ੍ਰੇਮ ਨਾਲ ਹੀ ਬੁਲਾ ਲਈਏ। ਇਸ ਤਰ੍ਹਾਂ ਸਾਧ ਸੰਗਤ ਜੀ ਹਾਂਜੀ ਕਰ ਸਨਮਾਨ ਹਕਾਰੋ ਸੋਈ। ਕਹਿਣ ਲੱਗੇ ਗੁਰੂ ਹਰਿਰਾਏ ਸਾਹਿਬ ਦਾ ਸਨਮਾਨ ਕਰਕੇ ਉਹਨਾਂ ਨੂੰ ਬੁਲਾਓ ਦਿੱਲੀ। ਇੱਕ ਬਾਰ ਲਿਹੋ ਨਿਕਟ ਬੁਲਾਏ। ਇੱਕ ਵਾਰੀ ਦਿੱਲੀ ਬੁਲਾ ਲਓ ਆਪਣੇ ਕੋਲ। ਪੁਨ ਵਰਤੋ ਜੈਸੇ ਚਿਤ ਆਏ। ਫਿਰ ਜਿਵੇਂ ਤੁਹਾਡੀ ਮਰਜ਼ੀ ਕਰ ਲਿਆ ਜੇ, ਫਿਰ ਤਾਂ ਤੁਹਾਡੇ ਕਾਬੂ ਆ ਜਾਣਗੇ। ਭਾਵੇਂ ਜੇਲ੍ਹ 'ਚ ਸੁੱਟ ਦਿਆ ਜੇ, ਭਾਵੇਂ ਉਹਨਾਂ ਦੀ ਕਰਾਮਾਤਾਂ ਦੇਖਿਆ ਜੇ, ਭਾਵੇਂ ਉਹਨਾਂ ਨੂੰ ਮੁਸਲਮਾਨ ਬਣਾਇਆ ਜੇ, ਭਾਵੇਂ ਉਹਨਾਂ ਨੂੰ ਜਾਨ ਤੋਂ ਮਾਰ ਦਿਆ ਜੇ, ਇਹ ਫਿਰ ਤੁਹਾਡੀ ਮਰਜ਼ੀ ਹੋਵੇਗੀ। ਇੱਦਾਂ ਔਰੰਗਜ਼ੇਬ ਪਾਪੀ ਨੂੰ ਕਾਜ਼ੀਆਂ ਮੁਲਾਣਿਆਂ ਨੇ ਨਵੀਂ ਸਲਾਹ ਦਿੱਤੀ ਹੈ ਤੇ ਉਹ ਹੁਣ ਪ੍ਰੇਮ ਦੇ ਨਾਲ ਨਾ ਮਿੱਠੀ ਬੋਲੀ 'ਚ ਚਿੱਠੀ ਲਿਖੇਗਾ, ਗੁਰੂ ਸਾਹਿਬ ਕੋਲ ਆਪਣੇ ਬੰਦੇ ਭੇਜੇਗਾ। ਮਹਾਰਾਜ ਜਾਣੀ ਜਾਣ ਸਤਿਗੁਰੂ ਹਰਿਰਾਏ ਸਾਹਿਬ ਜੀ ਉਹਦੇ ਦਰਸ਼ਨ ਨਹੀਂ ਕਰਨਾ ਚਾਹੁੰਦੇ, ਅੱਗੋਂ ਕੀ ਕਰਨਗੇ ਉਹ ਕਥਾ ਚੱਲੇਗੀ। ਸਾਧ ਸੰਗਤ ਜੀ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ